ਮੇਰੀ ਸੋਹਣੀ ਸਵਾਣੀ, ਮੇਰੀ ਬੱਗੋ। ਬਾਰਡਰ ਤੋਂ ਪਾਰ ਵੀ ਚਲ ਜਾਂਦੇ ਸਨ ਆਪਣੇ ਅਜ਼ੀਜ਼ੋ ਰਿਸ਼ਤੇਦਾਰ ਨੂੰ। ਇੰਡੀਅਨ ਮਾਈਗ੍ਰੇਟਡ ਅਸੀਂ ਲੋਕ ਹਾਂ। ਅੱਛਾ, ਤੁਸੀਂ ਤੁਹਾਡਾ ਪਿਛੋਕੜ ਇੰਡੀਆ ਦਾ ਹੈ? ਚੜ੍ਹਦਾ ਪੰਜਾਬ ਦਾ। 17 ਸਾਲ 'ਚ ਅਜੇ ਤੱਕ ਵੀ ਲੋਕ ਮੀਰ ਸਾਹਿਬ ਨੂੰ ਡੀਕੋਡ ਨਹੀਂ ਕਰ ਪਾਏ। ਠੰਡੀ ਬਰਫ਼ ਹਵਾ ਦੀ ਚਾਦਰ ਗਰਮ ਜ਼ਮੀਨ ਤੇ ਪਾਈ, ਅੱਖੀਆਂ ਦੇ ਪਾਣੀ ਦੇ ਅੰਦਰ ਚਮਕੇ ਸਾਵੀ ਕਾਈ ਉਲਟਾ ਉਸ ਉਤਾਰ ਕੇ ਗਰਦਨ ਸਾਡੇ ਹੱਥ ਫੜਾਈ। ਓ ਕੁਝ ਸ਼ਾਇਰਾਂ ਦੀ ਖੁਰਾਕ ਹੁੰਦੇ ਨੇ। ਹਾਂ, ਮੈਂ ਸਮਝਦਾ। ਵਾਹ ਵਾਹ ਵਾਹ, ਇਹ ਤੁਸੀਂ ਤੇ ਮੇਰੇ ਖਿਆਲ ਨਾਲ ਸਾਰੀ ਜਿਹੜੀ ਗੱਲ ਹੈ ਨਾ ਕੂਜ਼ੇ 'ਚ ਬੰਦ ਕਰ ਜੀ। ਜਿਸ ਖਿੱਤੇ ਨਾਲ ਸਾਡਾ ਤਾਲੁਕ ਹੈ, ਇਹ ਇੰਡਸ ਸਿਵਲਾਈਜੇਸ਼ਨ ਦੁਨੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ। ਬਿਲਕੁਲ। ਪਨਾਹ ਲੈਣ ਮੋਰੀ ਬੂਏ 'ਚ ਚਲੇ ਜਾਂਦੇ ਨੇ, ਕਿਉਂਕਿ ਮੋਰੀ ਬੂਆ ਇੱਕ ਐਸਾ ਬੂਆ ਹੈ ਜਿਹਦੇ 'ਚ ਘੋੜਸਵਾਰ ਚੁੱਕ ਗੁਜ਼ਰਦਾ। ਸਹੀ। ਲੰਘ ਥੀ ਲੰਘ ਬਦਰੋੜੀਏ ਤਲ ਵੀ ਲੰਘ ਅਜ ਆਪੇ, ਨਾ ਹੱਥ ਜੱਟ ਮੁਹੱਸਲ ਸਾਵੇਂ, ਨਾ ਸ਼ਾਵਾਂ ਦੇ ਘਾਪੇ। ਵਾਹ। ਤੇ ਸ਼ਾਰਾ ਸਾਹਿਬ ਦੇ ਬਕੌਲਤ ਜੇ ਬੁੱਲੇ ਨੂੰ 3 ਵਾਰੀ ਪੜੋ ਤੇ ਮੀਰ ਸਮਝ ਆਉਂਦਾ ਹੈ, ਫੇਰ ਵੀ ਨਹੀਂ ਆਉਂਦਾ। ਅੱਛਾ, ਸਾਡੀ ਮੈਮਰੀ ਨਹੀਂ ਖਰਾਬ ਹੋ ਗਈ, ਸਾਡੀਆਂ ਹਰਕਤਾਂ ਖਰਾਬ ਨੇ। ਅਗਰ ਤੁਹਾਨੂੰ ਸਾਡਾ ਪੋਡਕਾਸਟ ਚੰਗਾ ਲੱਗ ਰਿਹਾ ਹੈ ਤੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ। अस्सलाम वालेकुम सज्जनों ਤੇ ਮਿੱਤਰੋ, ਮੈਂ ਤੁਹਾਡੀ ਮੇਜ਼ਬਾਨ ਸ਼ਹਿਰਬਾਨੋ ਆਵਾਜ਼ ਤੇ ਤੁਸੀਂ ਵੇਖ ਰਹੇ ਹੋ ਪੋਡਕਾਸਟ ਗੱਲਬਾਤ। ਅੱਜ ਦੀ ਗੱਲਬਾਤ 'ਚ ਤੁਹਾਨੂੰ ਖੁਸ਼ਾਮਦੀਦ ਕਰਨੇ ਆ, ਵੈਲਕਮ ਕਰਨੇ ਆ। ਬਹੁਤ ਖਾਸ ਹੋਣ ਵਾਲਾ, ਕਿਉਂਕਿ ਸਾਨੂੰ, ਮੈਂ ਤੇ ਵੈਸੇ ਪ੍ਰੋਫੈਸਰਾਂ ਕੋਲ ਬੜੀ ਜਾਨ ਛਡਾ ਕੇ ਆਈ ਹਾਂ, ਲੇਕਿਨ ਫੇਰ ਪੋਡਕਾਸਟ 'ਚ ਪ੍ਰੋਫੈਸਰ ਸਾਨੂੰ ਆ ਗਏ ਨੇ ਮਿਲਣ, ਜੁੜ ਗਏ ਨੇ ਸਾਡੇ ਨਾਲ ਅੱਜ ਪ੍ਰੋਫੈਸਰ ਸਾਹਿਬ। ਔਰ ਉਹ ਸਿਰਫ ਪ੍ਰੋਫੈਸਰ ਨਹੀਂ, ਉਹ ਸਾਇੰਟਿਸਟ ਵੀ ਨੇ। ਮਤਲਬ ਮੈਨੂੰ ਸਮਝ ਨਹੀਂ ਆ ਰਹੀ, ਬਹੁਤ ਟਫ ਅੱਜ ਦਾ ਪੋਡਕਾਸਟ ਹੋਣ ਵਾਲਾ ਹੈ ਕਿ ਮਤਲਬ ਮੈਂ ਹੁਣ ਇੰਨੀ ਤਾਲੀਮੀ ਗੱਲਾਂ ਕਿੰਝ ਕਰਾਂਗੀ। ਅੱਗੋਂ ਕਿ ਮੈਂ ਪੜ੍ਹੀ ਲਿਖੀ ਹਾਂ, ਬਟ ਅਰਸਾ ਹੋ ਗਿਆ ਮੀਡੀਆ 'ਚ ਆ ਕੇ ਤਾਲੀਮੀ ਗੱਲਾਂ ਛੱਡ ਛੜੀਆਂ ਨੇ, ਪੋਲੀਟਿਕਸ ਦੀਆਂ ਔਰ ਦੂਜੀਆਂ ਗੱਲਾਂ ਅਸੀਂ ਕਰ ਰਹੇ ਹਾਂ। ਵੈਲਕਮ ਕਰ ਰਹੇ ਹਾਂ ਜਨਾਬ, ਪੰਜਾਬੀ ਸੇਵਕ ਨੇ, ਸਾਇੰਟਿਸਟ ਨੇ, ਔਰ ਪੰਜਾਬ ਦੇ ਹਵਾਲੇ ਨਾਲ ਸ਼ਾਇਰੀ ਵੀ ਕਰਦੇ ਨੇ, ਯਾਨੀ ਪੰਜਾਬੀ ਸ਼ਾਇਰ ਵੀ ਨੇ। ਮੈਨੂੰ ਸਮਝ ਨਹੀਂ ਆ ਰਹੀ ਕਿ ਪੂਰਾ ਅਗਰ ਮੈਂ ਘੰਟਾ ਇਹਨਾਂ ਦੇ ਇੰਟਰੋ 'ਤੇ ਕਰਾਵਾਂ ਤਾਂ ਉਹ ਘੱਟ ਨਹੀਂ ਹੋਏਗਾ, ਕਿਉਂਕਿ ਇਹਨਾਂ ਨੇ ਇੰਨੀ ਜਿਹੜਾ ਨਾ ਅਚੀਵਮੈਂਟਸ ਆਪਣੀ ਲਾਈਫ 'ਚ ਕੀਤੀਆਂ ਨੇ। ਵੈਲਕਮ ਕਰਨੇ ਆ ਜਨਾਬ ਡਾਕਟਰ ਸਰਮਦ ਸਾਹਿਬ। ਬਹੁਤ ਸ਼ੁਕਰੀਆ। ਵਾਲੇਕੁਮ ਸਲਾਮ, ਬਹੁਤ ਸ਼ੁਕਰੀਆ। ਦੁਆਵਾਂ ਜੀ ਤੁਹਾਡੀਆਂ। ਠੀਕ ਠਾਕ ਹੋ? ਸ਼ੁਕਰ ਅੱਲਾ। ਬੜੀ ਆਵਾਜ਼ ਕਿਸੇ ਨਾਲ ਮਿਲਦੀ ਹੈ ਵੀ, ਮੈਂ ਸੋਚਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਹਦੇ ਨਾਲ ਮਿਲ ਰਹੀ ਹੈ, ਕੋਈ ਸਮਝ ਨਹੀਂ ਆ ਰਹੀ, ਮੈਨੂੰ ਯਾਦ ਨਹੀਂ ਆ ਰਿਹਾ, ਲੇਕਿਨ ਮੈਂ ਦੱਸਾਂਗੀ ਤੁਹਾਨੂੰ ਜ਼ਰੂਰ ਦੱਸੋ। ਕਿਸੇ ਸੈਲੈਬ੍ਰਿਟੀ ਨਾਲ ਤੁਹਾਡੀ ਆਵਾਜ਼ ਮਿਲ ਰਹੀ ਹੈ, ਤੁਸੀਂ ਕਹੋ ਮੈਂ ਆਪ ਸੈਲੈਬ੍ਰਿਟੀ ਹਾਂ ਸ਼ਾਇਦ। ਇਹ ਤਾਂ ਲੁਕਾਈ ਡਿਸਾਈਡ ਕਰੇਗੀ ਜੀ। ਨਹੀਂ, ਓਬਵੀਅਸਲੀ ਟੀਚਰ, ਪ੍ਰੋਫੈਸਰ, ਮੇਰੇ ਖਿਆਲ ਨਾਲ ਨਾ ਵੱਡਾ ਸੈਲੈਬ੍ਰਿਟੀ ਕੋਈ ਨਹੀਂ ਹੋਣਾ ਚਾਹੀਦਾ। ਜਿਹੜਾ ਆਉਣ ਵਾਲੀ ਨਸਲਾਂ ਦਾ ਮਤਲਬ ਫਿਊਚਰ ਜਿਹੜਾ ਨਾ ਉਹ ਤੁਹਾਡੇ 'ਤੇ ਹੀ ਹੁੰਦਾ ਹੈ। ਜੀ। ਕਹਿੰਦੇ ਨੇ ਕਿ ਅੱਛਾ ਉਸਤਾਦ ਜਿਹੜਾ ਨਾ ਉਹ ਤੁਹਾਨੂੰ ਆਸਮਾਨ ਤੱਕ ਵੀ ਲੈ ਕੇ ਜਾ ਸਕਦਾ ਹੈ, ਔਰ ਇੱਕ ਭੈੜਾ ਉਸਤਾਦ ਜਿਹੜਾ ਤੁਹਾਨੂੰ ਫੇਲ ਵੀ ਕਰਾ ਸਕਦਾ ਹੈ। ਬਿਲਕੁਲ ਠੀਕ ਹੈ। ਇਟ ਇਜ਼ ਟਰੂ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਨੂੰ ਅੱਛੇ ਉਸਤਾਦ ਮਿਲ ਜਾਣ। ਐਕਸਪੋਜ਼ਰ ਬਹੁਤ ਮੈਟਰ ਕਰਦਾ ਨਾ। ਤੁਹਾਡੇ ਉਸਤਾਦ ਦੇ ਅਗਰ ਐਕਸਪੋਜ਼ਰ ਨਹੀਂ ਹੋਏਗਾ, ਲੇਕਿਨ ਤੁਸੀਂ ਮੈਨੂੰ ਦੱਸੋ, ਇੰਨਾ ਕੁਝ ਤੁਸੀਂ, ਮੈਨੂੰ ਮਾਸ਼ਾਅੱਲਾ ਯੰਗ ਲੱਗ ਰਹੇ ਹੋ। ਮੈਨੂੰ ਲੱਗਦਾ ਹੈ ਕਿ ਜਿੰਨੀ ਤੁਸੀਂ ਡਿਗਰੀਆਂ ਲੈ ਲਈਆਂ ਨੇ, ਸਾਇੰਟਿਸਟ ਬਣਨ ਤੋਂ ਬਾਅਦ ਵਾਲ ਵੀ ਤੁਹਾਡੇ ਆਏ ਨੇ। ਇੰਨਾ ਕੁਝ ਕਿੰਝ ਮੈਨੇਜ ਕੀਤਾ ਤੁਸੀਂ ਇਕੱਲਿਆਂ? ਮਾਨੋ ਸਾਹਿਬਾ, ਪਹਿਲੇ ਤਾਂ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਥੈਂਕ ਯੂ ਸੋ ਮਚ। ਸੁਣੋ ਟੀਵੀ ਦਾ ਵੀ, ਔਰ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਥੈਂਕ ਯੂ ਸਰ। ਰਲ ਬੈਂਡ ਦੀਆਂ ਗੱਲਾਂ ਹੋਣਗੀਆਂ, ਹੁਣ ਕੋਈ ਗੱਪਸ਼ਪ ਲੱਗੀ। ਪੰਜਾਬੀ ਤੁਸੀਂ ਬਹੁਤ ਸੋਹਣੀ ਬੋਲ ਰਹੇ ਹੋ। ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਜਿੰਨੀ ਅੱਛੀ ਤੁਸੀਂ ਉਰਦੂ ਬੋਲ ਰਹੇ ਸੋ, ਮੈਨੂੰ ਲੱਗ ਰਿਹਾ ਸੀ ਕਿ ਪੰਜਾਬੀ ਮਾਠੀ ਹੋਏਗੀ, ਬਟ ਤੁਹਾਡੀ ਪੰਜਾਬੀ ਤਾਂ ਮੇਰੇ ਨਾਲ ਵੀ ਸੋਹਣੀ ਹੈ। ਪੰਜਾਬੀ ਨਾਲ ਜੁੜੇ ਜੀ, ਜੰਮਪਲੀ ਪੰਜਾਬੀ ਹੈ। ਜੀ, ਉਹ ਤਾਂ ਤੁਹਾਡਾ। ਸਾਡੇ ਤਾਂ ਸੁਪਨੇ ਵੀ ਪੰਜਾਬੀ 'ਚ ਹੀ ਆਉਂਦੇ ਨੇ ਸਭ। ਸਾਡੀ ਪਿਓਰ ਪੰਜਾਬੀ ਸੁਪਨੇ, ਕੀ ਬਾਤ ਹੈ। ਤੇ ਪੰਜਾਬੀ ਹੀ ਸਾਡੀ ਪਹਿਚਾਣ ਹੈ। ਮੈਨੂੰ ਲੱਗਦਾ ਮੈਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ ਮਜ਼ੀਦ ਤੁਹਾਡੇ ਕੋਲੋਂ। ਪੰਜਾਬੀ ਸ਼ਾਇਰ ਵੀ ਹੋ ਤੁਸੀਂ। ਅਜੇ ਥੋੜਾ ਬਹੁਤ ਲਿਖ ਲਈਦਾ। ਤੁਹਾਡੇ ਵਾਲਿਦ ਸਾਹਿਬ ਮਾਸ਼ਾਅੱਲਾ ਜੀ, ਜਿਹੜੇ ਉਹ ਡਾਕਟਰ ਸਾਹਿਬ, ਉਹਨਾਂ ਦਾ ਨਾਮ ਪ੍ਰੋਫੈਸਰ ਅਲੀ ਅਰਸ਼ਦ ਸਾਹਿਬ, ਉਹ ਵੀ ਪੋਇਟ ਨੇ ਪੰਜਾਬੀ ਦੇ ਜੀ। ਉਹ ਪੰਜਾਬੀ ਉਹਨਾਂ ਦਾ ਸਬਜੈਕਟ ਵੀ ਹੈ, ਫਲਸਫਾ ਔਰ ਪੰਜਾਬੀ ਦੇ ਪ੍ਰੋਫੈਸਰ ਸਨ, ਔਰ ਸ਼ਾਇਰੀ ਵੀ ਉਹਨਾਂ ਦੀ ਪੰਜਾਬੀ 'ਚ ਹੈ। ਇਵਨ ਕਿ ਲੈਫਟ ਟੂ ਰਾਈਟ ਦਾ ਇੱਕ ਤਰਾਨਾ ਤੁਸੀਂ ਸੁਣਿਆ ਹੋਵੇਗਾ, ਉਹ ਉਰਦੂ ਦੇ ਕੁਛ ਉਹਨਾਂ ਦੇ ਤਰਾਨੇ ਨੇ। ਗਿਰਤੀ ਹੁਈ ਦੀਵਾरों को एक धक्का और दो, ਅਮਰੀਕਾ ਕੇ ਯਾरों को एक धक्का। ਇਹ ਤੁਹਾਡੇ ਵਾਲਿਦ ਸਾਹਿਬ ਨੇ ਲਿਖਿਆ ਹੈ? ਪ੍ਰੋਫੈਸਰ ਸਾਹਿਬ ਦਾ ਲਿਖਿਆ ਹੋਇਆ ਤਰਾਨਾ ਜੀ। ਉਹ ਅੱਛਾ, ਤੁਸੀਂ ਪ੍ਰੋਫੈਸਰ ਸਾਹਿਬ ਕਹਿੰਦੇ ਹੋ ਵਾਲਿਦ ਸਾਹਿਬ ਨੂੰ? ਹਾਂਜੀ, ਹੁਣ ਟੀਵੀ ਤੇ ਬਹਿ ਕੇ ਵੈਸੇ ਘਰ ਵੈਸੇ ਵਾਲਿਦ ਸਾਹਿਬ ਕਹਿੰਦੇ, ਅੱਬਾ ਜੀ ਕਹਿੰਦੇ। ਮੈਂ ਘਰ ਪ੍ਰੋਫੈਸਰ ਸਾਹਿਬ ਨਹੀਂ ਕਹਿੰਦੇ ਨਾ ਜੀ। 2008 ਨੂੰ ਇਹ ਦੁਨੀਆ ਤੋਂ ਪਰਦਾ ਕਰ ਗਿਆ। ਬੁਲੰਦ ਫਰਮਾਏ। ਐਮਏ ਕਾਲਜ ਵਾਈਸ ਪ੍ਰਿੰਸੀਪਲ ਸਨ, ਔਰ ਮਤਲਬ ਜ਼ਿਆਦਾ ਵਕਤ ਉਹਨਾਂ ਦਾ ਤਾਲੀਮ ਦੇ ਨਾਲ ਹੀ ਗੁਜ਼ਰਿਆ ਹੈ। ਆਈ ਐਮ ਸ਼ੋਰ ਬਹੁਤ ਜ਼ਬਰਦਸਤ ਹੋਣਗੇ ਉਹ, ਉਹਨਾਂ ਦੀ ਸ਼ਖਸੀਅਤ, ਕਿਉਂਕਿ ਮੈਂ ਤੁਹਾਡੇ ਵਿੱਚ ਝਲਕ ਵੇਖ ਸਕਦੀ ਹਾਂ, ਜਿੰਨਾ ਠਹਿਰਾਓ ਹੋਵੇ ਔਰ ਤਰਬੀਅਤ ਜਿੰਨੀ ਅੱਛੀ ਉਹਨਾਂ ਨੇ ਤੁਹਾਡੀ ਕੀਤੀ ਹੈ। ਇਹ ਬੰਦੇ ਨੂੰ 2-3 ਮਿੰਟ 'ਚ ਸਮਝ ਆ ਜਾਂਦੀ ਹੈ। ਇਹ ਤੁਹਾਡੀ ਪਰਸੈਪਸ਼ਨ ਹੈ, ਔਰ ਅੱਛੀ ਪਰਸੈਪਸ਼ਨ। ਇਹ ਤੁਹਾਡੀ ਅੱਖ ਦਾ ਕਮਾਲ ਕਹਿ ਲਓ। ਥੈਂਕ ਯੂ। ਸੋ ਤੁਸੀਂ ਦੱਸ ਰਹੇ ਆਪਣੇ ਵਾਲੇ ਸਾਹਿਬ ਦੇ ਬਾਰੇ 'ਚ ਜੀ। ਪ੍ਰੋਫੈਸਰ ਅਲੀ ਅਰਸ਼ਦ ਮੀਰ ਸਾਹਿਬ ਜਿਹੜੇ ਪੇਸ਼ੇ ਦੇ ਇਤਬਾਰ ਨਾਲ ਇੱਕ ਟੀਚਰ ਸਨ, ਪ੍ਰੋਫੈਸਰ ਸਨ,
ਤਾਲੀਮ ਉਹਨਾਂ ਦੀ ਪੰਜਾਬੀ 'ਚ ਹੀ ਉਹਨਾਂ ਦਾ ਮਾਸਟਰ ਸੀ ਜੀ ਪੀਯੂ 'ਚੋਂ, ਸੈਗਲ ਸਕਾਲਰ ਬੰਦੇ ਸਨ। 10ਵੀਂ 'ਚ ਜੋ ਸਾਨੂੰ ਪਤਾ ਲੱਗਿਆ ਕਿ ਮਸ਼ਰਕੀ ਮਗਰਬੀ ਪਾਕਿਸਤਾਨ ਉਹ ਚਿਸ਼ਤੀਆਂ ਦੇ ਵਸਨੀਕ ਸਨ ਤੇ ਹੂੰ ਮਸ਼ਰਕੀ ਮਗਰਬੀ ਪਾਕਿਸਤਾਨ ਉਹਨਾਂ ਨੇ ਟੌਪ ਕੀਤਾ ਸੀ। ਹੂੰ ਫਿਰ ਗਵਰਨਮੈਂਟ ਕਾਲਜ ਲਾਹੌਰ ਆ ਗਏ। ਉਹਨਾਂ ਦੀ ਪੈਦਾਇਸ਼ 1951 ਦੀ ਹੈ। ਉਸ ਵੇਲੇ 'ਚ ਉਹ ਬਾਰਡਰ ਤੋਂ ਪਾਰ ਵੀ ਚਲ ਜਾਂਦੇ ਸਨ ਆਪਣੇ ਅਜ਼ੀਜ਼ੋ ਰਿਸ਼ਤੇਦਾਰ ਨੂੰ। ਚੜ੍ਹਦੇ ਵੀ ਜਾਂਦੇ ਸਨ। ਇੰਡੀਅਨ ਮਾਈਗ੍ਰੇਟਡ ਅਸੀਂ ਲੋਕ ਹਾਂ। ਅੱਛਾ ਤੁਸੀਂ ਤੁਹਾਡਾ ਪਿਛੋਕੜ ਇੰਡੀਆ ਦਾ ਇੰਡੀਅਨ ਹੈ, ਹੈ। ਚੜ੍ਹਦਾ ਪੰਜਾਬ ਦਾ। ਹਾਂਜੀ, ਹੁਣ ਉੱਥੋਂ ਅਸੀਂ ਮਾਈਗ੍ਰੇਟ ਇੱਥੇ ਹੋ ਕੇ ਆਏ ਤੇ ਫਿਰ ਮੀਰ ਸਾਹਿਬ ਦਾ ਉੱਥੇ ਆਉਣਾ ਜਾਣਾ ਹੁੰਦਾ ਸੀ, ਆਪਣੇ ਦਾਦੇ ਨਾਲ ਤੁਰ ਜਾਣਾ। ਮਗਰ 10ਵੀਂ ਤੱਕ ਇੱਥੇ ਕੋਈ ਜੋ ਉਹਨਾਂ ਨੇ ਸੈਗਲ ਸਕਾਲਰ ਜਦੋਂ ਹੋਏ ਉਦੋਂ ਉਸ ਟਾਈਮ ਮੈਨੂੰ ਦੱਸਿਆ ਗਿਆ ਕਿ ਉਸ ਟਾਈਮ ਪ੍ਰੋਫੈਸਰ ਦੀ ਤਨਖਾਹ 120 ਰੁਪਏ ਹੁੰਦੀ ਸੀ ਤੇ ਮੀਰ ਸਾਹਿਬ ਨੂੰ 90 ਰੁਪਏ ਦਾ ਸਕਾਲਰਸ਼ਿਪ ਲੱਗਿਆ ਸੀ ਕਿਉਂਕਿ ਵਾਓ 90 ਰੁਪਏ ਉਸ ਟਾਈਮ ਬਹੁਤ ਵੱਡੀ ਜ਼ਿਆਦਾ ਕੀਮਤ amount ਸੀ। ਫਿਰ ਉਹਨਾਂ ਨੂੰ ਗਵਰਨਮੈਂਟ ਕਾਲਜ ਇੱਥੇ ਡਿਪਟੀ ਨਜ਼ੀਰ ਹੁੰਦੇ ਸਨ, ਗਵਰਨਮੈਂਟ ਕਾਲਜ ਉਹਨਾਂ ਨੂੰ ਉਹ ਬੁਲਾਇਆ ਗਿਆ। ਮਗਰ ਉਹ ਹਾਲਾਤ ਕੁਛ ਐਸੇ ਸਨ, ਹੀ ਹੈਜ਼ ਟੂ ਸਪੋਰਟ ਹਿਜ਼ ਫੈਮਿਲੀ ਤੇ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ। ਫਿਰ ਉਹਨਾਂ ਨੇ ਉਸ ਦਿਨ ਮੈਨੂੰ ਇੱਕ ਦਿਨ ਦੱਸਿਆ ਸੀ ਕਿ ਪੁੱਤਰ ਮੈਂ ਉਸ ਦਿਨ ਫੈਸਲਾ ਕੀਤਾ ਸੀ ਕਿ ਮੈਂ ਆਪਣੇ ਕਿਸੇ ਪੁੱਤ ਨੂੰ ਗਵਰਨਮੈਂਟ ਕਾਲਜ ਪੜ੍ਹਾਉਣਾ ਹੈ ਤੇ ਉਹ ਫਿਰ ਮੈਂ ਗਵਰਨਮੈਂਟ ਕਾਲਜ ਚਲਾ ਤੁਸੀਂ ਗਿਆ। ਆਪਣੇ ਵਾਲੇ ਸਾਹਿਬ ਦੀ ਲੈਗੇਸੀ ਲੈ ਕੇ ਚੱਲਣ। ਹਾਂਜੀ, ਫਿਰ ਉਹਨਾਂ ਮੈਨੂੰ ਉੱਥੇ ਗਵਰਨਮੈਂਟ ਕਾਲਜ ਐਡਮਿਸ਼ਨ। ਫਿਰ ਪ੍ਰੋਫੈਸਰ ਸਾਹਿਬ ਨੇ ਜਿਹੜਾ ਮਜ਼ਦੂਰ ਕਿਸਾਨ ਪਾਰਟੀ ਦੀ ਬੁਨਿਆਦ ਵੀ ਉੱਥੇ ਰੱਖੀ ਆਪਣੇ ਰੀਜਨ ਦੇ ਅੰਦਰ। ਸਹੀ। ਫਿਰ ਫਿਰ ਇਹਨਾਂ ਦਾ ਜਿਹੜੀ ਆਲ ਆਫ ਸਡਨ ਇੱਕ ਕਾਮਰਸ ਹੈਲੇ ਕਾਲਜ ਕਰਨ ਆ ਗਏ। ਫਿਰ ਇੱਥੇ ਹੀ ਉਹਨਾਂ ਨੇ ਪੰਜਾਬੀ 'ਚ ਉਹਨਾਂ ਦੀ ਲਾਈਫ 'ਚ ਚੇਂਜ ਆਇਆ। ਉਹਨਾਂ ਨੇ ਪੰਜਾਬੀ ਨੂੰ ਆਪਣਾ ਪੰਜਾਬੀ 'ਚ ਸ਼ਾਇਰੀ ਆਗਾਜ਼ ਕੀਤਾ, ਸ਼ਾਇਰੀ ਪੰਜਾਬੀ ਦੀ ਹੋਈ। ਔਰ ਫਿਰ ਉਹ MA ਉਹਨਾਂ ਦਾ ਮਾਸਟਰਸ ਇੱਥੋਂ ਹੋਇਆ। ਹੀ ਵਾਸ ਮੈਡਲਿਸਟ ਐਟ ਦੈਟ ਟਾਈਮ ਇਨ PU ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਪ੍ਰੋਫੈਸਰ ਲਾਈਨ 'ਚ ਆ ਗਏ। ਫਿਰ ਪੰਜਾਬੀ ਹੀ ਚੱਲਦੀ ਰਹੀ। ਫਿਰ ਪ੍ਰਿੰਸੀਪਲ ਰਹੇ ਦੀਪਾਲਪੁਰ ਕਾਲਜ, ਬਿਹਾੜੀ ਕਾਲਜ, ਅੱਛਾ ਸਾਈਵਾਲ ਵੀ ਰਹੇ। ਲਾਸਟ ਪੋਸਟਿੰਗ ਉਹਨਾਂ ਦੀ MA ਕਾਲਜ ਲਾਹੌਰ ਦੀ ਸੀ। ਕਾਲਜ ਓਕੇ 2008 'ਚ ਉਹਨਾਂ ਦਾ ਪਰਦਾ ਕਰ ਗਏ। ਮਗਰ ਹਜੇ ਤਾਈਂ ਸਾਡੇ ਲੋਕਾਂ ਨੇ ਜ਼ਿੰਦਾ ਰੱਖਿਆ ਹੋਇਆ ਜੀ। ਉਹ ਦਿਲਾਂ ਦੇ ਵਿੱਚ ਜ਼ਿੰਦਾ ਨੇ। ਵੱਡੇ ਲੋਕ, ਮੇਰਾ ਖਿਆਲ ਉਹਨਾਂ ਦੀ ਮਰਨ ਤੋਂ ਬਾਅਦ ਦੀ ਜ਼ਿੰਦਗੀ ਵੀ ਉਹ ਰੱਬ ਨੇ ਡਿਸਾਈਡ ਕਰਨੀ ਹੁੰਦੀ। ਟਰੂ। ਤੇ ਉਹ 17ਵਾਂ ਮੇਲਾ ਉਹਨਾਂ ਦੀ ਯਾਦ 'ਚ ਹੈ ਔਰ ਪੰਜਾਬੀ ਅੱਛਾ ਸੇਵਾ 'ਚ। ਇਹ ਜ਼ਰਾ ਤੁਸੀਂ ਥੋੜਾ ਜਿਹਾ ਦਬਾਈ ਦੱਸ ਛੱਡੋਗੇ। ਤੁਸੀਂ ਇਹ ਪਿਛਲੇ 17 ਸਾਲਾਂ ਤੋਂ ਆਪਣੇ ਜਿਹੜੇ ਤੁਹਾਡੇ ਪ੍ਰੋਫੈਸਰ ਅਲੀ, ਤੁਹਾਡੇ ਵਾਲਿਦ ਸਾਹਿਬ ਜੀ 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 ਅਲੀ ਅਰਸ਼ਦ ਸਾਹਿਬ, ਉਹਨਾਂ ਦੀ ਯਾਦ 'ਚ ਪੰਜਾਬੀ ਮੇਲਾ ਮੁਨੱਕਿਦ ਕਰਦੇ ਹੋ। ਜੀ 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 ਇਹ ਥੋੜੀ ਡਿਟੇਲ ਸਾਡੇ ਵੇਖਣ ਵਾਲੇ। ਇਹ ਸੋਲ ਇੱਕ ਫੈਮਿਲੀ ਐਫਰਟ ਹੈ। Okay. ਸ਼ੁਰੂ ਜਦੋਂ ਅਸੀਂ ਕੀਤੀ, ਮੇਰੀ ਉਸ ਟਾਈਮ ਉਮਰ, ਮੈਂ MPhil ਕਾਇਦ ਆਜ਼ਮ ਯੂਨੀਵਰਸਿਟੀ ਤੋਂ ਕਰਕੇ ਆਇਆ ਸੀ ਜਦੋਂ ਮੇਰੀ ਮਾਂ ਦਾ ਫੋਨ ਆਇਆ ਕਿ ਉਦੋਂ ਆਏਗਾ ਜਦੋਂ ਤੇਰਾ ਪਿਓ ਤੁਰ ਗਿਆ। ਤੇ ਖੈਰ ਮੇਰੇ ਵੱਡੇ ਭਾਈ ਉਹ ਫਰਾਂਸ PhD ਕਰਨ ਗਏ ਸਨ ਲਿਓਨ ਯੂਨੀਵਰਸਿਟੀ 'ਚ। ਛੋਟਾ ਸੀ। ਇੱਕ ਸਾਡੀ ਭੈਣ ਹੈ ਲਾਡਲੀ, ਮਾਸ਼ਾਅੱਲਾ, ਉਹ ਉਸ ਟਾਈਮ ਕੈਨੇਡ ਕਾਲਜ 'ਚ ਪੜ੍ਹਦੀ ਸੀ। ਉਹ ਲਾਹੌਰ ਬੋਰਡ ਦੀ ਟੌਪਰ ਸੀ। ਯਾਨੀ ਬੱਚੇ ਵੀ ਮਾਸ਼ਾਅੱਲਾ, ਅੱਬਾ ਜਾਨ ਵੀ ਟੌਪਰ ਤੇ ਬੱਚੇ ਵੀ ਅੱਗੋਂ ਸਾਰੇ ਟੌਪਰ। ਹਾਂਜੀ, ਬਸ ਫਿਰ ਉਹ ਇਨਵਾਇਰਮੈਂਟ ਐਸਾ ਬਣਿਆ ਰਿਹਾ ਸਾਡੇ। ਪੜ੍ਹਾਈ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਪੜ੍ਹਾਈ ਦੀ ਇੰਪੋਰਟੈਂਸ ਦਿੱਤੀ। ਹਾਂ, ਉਹ ਮਤਲਬ ਯਾਰੀ ਦੋਸਤੀ ਸੀ ਸਾਡੇ। ਹਾਂ, ਪਿਓ ਗੁੱਸਾ ਨਹੀਂ ਕਰਦੇ ਐਡਾ ਸਖਤ ਪਿਓ ਨਹੀਂ ਸੀ ਸਾਡਾ, ਬੜਾ ਯਾਰਾਨਾ ਬਤੌਰੇ ਵਾਲਿਦ ਉਹਨਾਂ ਨਾਲ ਯਾਰਾਨਾ ਰਿਹਾ। ਮੈਂ 22 ਸਾਲ ਤੱਕ ਵੀ ਢਿੱਡ ਨਾਲ ਢਿੱਡ ਜੋੜ ਕੇ ਸੌਂਦਾ ਸੀ ਆਪਣੇ ਪਿਓ ਨਾਲ। ਤੇ ਖੈਰ ਉਹ ਜਿਹੜੀ ਮੇਰੇ ਵਾਲਿਦ ਦੀ ਡੈਥ ਤੋਂ ਬਾਅਦ ਲੋਕਾਂ ਨੇ ਵੀ ਸਾਨੂੰ ਕਿਹਾ ਕਿ ਇਹਨਾਂ ਨੂੰ ਕੰਪਾਈਲ ਕੀਤਾ ਜਾਏ, ਇਹਨਾਂ ਦੀ ਸ਼ਾਇਰੀ ਨੂੰ। ਹੀ ਵਾਜ਼ ਅ ਗ੍ਰੇਟ ਪੋਇਟ। ਤੇ ਖੈਰ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਮੇਰੇ ਛੋਟੇ ਭਾਈ ਹਸਨ ਜੁਨੇਦ ਅਰਸ਼ਦ ਨੇ। ਉਹ ਅੱਜ ਕੱਲ੍ਹ ਚਾਈਨਾ ਹੁੰਦਾ ਹੈ, PhD ਕਰ ਰਿਹਾ ਬਾਇਓਟੈਕਨੋਲੋਜੀ 'ਚ। ਨਾਈਸ। ਤੇ ਉਹ ਅਸੀਂ ਕਿਤਾਬ ਛਾਪੀ ਜਿਹਦਾ ਨਾਮ ਹੈ ਇੱਕ ਕਥਾ ਦੀ ਵਾਰ। ਜੀ ਜੀ, ਇਹ ਮੈਂ ਕਿਤਾਬ ਮੈਨੂੰ ਵਿਖਾਓ। ਜੀ। ਅੱਛਾ, ਇਹ ਤੁਹਾਡੇ ਵਾਲਿਦ ਸਾਹਿਬ ਦੀ ਤਸਵੀਰ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਖੁਦ ਇੱਕ ਕਿਤਾਬ ਛਾਪੀ। ਜ਼ਬਰਦਸਤ। ਉਹਨਾਂ ਨੇ ਖੁਦ ਨਹੀਂ, ਉਹ ਤਸ਼ਹੀਰ ਉਹਨਾਂ ਦਾ ਮਸਲਾ ਹੀ ਨਹੀਂ ਸੀ। ਅੱਛਾ, ਇਹ ਨਾਂ ਕਿਹਨੇ ਡਿਸਾਈਡ ਕੀਤਾ, ਇੱਕ ਕਥਾ ਦੀ ਵਾਰ? ਇਹ ਉਹ ਖੁਦ ਲਿਖ ਕੇ ਗਏ ਸਨ ਜਦੋਂ ਬਿਸਤਰੇ ਮਰਗ ਤੇ ਸਨ। ਤੇ ਉਦੋਂ ਹੀ ਅੱਛਾ, ਖੁਦ ਹੀ ਹਸਨ ਜੁਨੇਦ ਅਰਸ਼ਦ ਮੇਰਾ ਛੋਟਾ ਭਾਈ ਨੇੜੇ ਬਹਿ ਜਾਂਦਾ ਸੀ। ਤੇ ਉਹ ਬਿਮਾਰੀ ਉਹਨਾਂ ਨੂੰ ਹੈਪੇਟਾਈਟਸ ਸੀ ਉਸ ਟਾਈਮ ਹੋਈ। ਵਜ਼ਨ ਇਹਨਾਂ ਦਾ ਤਾਂ ਉਮਰ ਅਸੀਂ 39 ਕਿਲੋ ਹੀ ਦੇਖਿਆ। ਅੱਧੀ ਰੋਟੀ ਖਾਣ ਵਾਲੇ, ਅੱਧਾ ਕੱਪ ਚਾਹ ਦਾ ਪੀ ਕੇ ਸਮਾਰਟ ਗੁਜ਼ਾਰਾ। ਤਸਵੀਰ 'ਚ ਬਿਲਕੁਲ ਸਮਾਰਟ ਨਜ਼ਰ ਆ ਰਿਹਾ। ਹਾਂਜੀ, ਇਸ ਤਰ੍ਹਾਂ ਹੀ ਦੇਖਿਆ। ਇੱਕ ਕਥਾ ਦੀ ਵਾਰ ਦਾ ਕੀ ਕਥਾ ਮਤਲਬ ਦੀ ਹੈ? ਵਾਰ, ਇੱਕ ਕਹਾਣੀ, ਜਿਹੜੀ ਇੱਕ ਕਥਾ ਆਪਣੀ ਕਹਾਣੀ ਪੂਰੀ ਸੁਣਾਏਗੀ ਤੁਹਾਨੂੰ। ਇਹ ਉਹਨਾਂ ਦੀ ਲਾਈਫ ਦੇ ਉੱਤੇ। ਕਿਆ ਬਾਤ, ਤੁਸੀਂ ਗੱਲ ਕਰਦੇ ਹੋ, ਮੈਂ ਨਾਲ ਪੜ੍ਹਨੀ ਹੈ ਜ਼ਰਾ। ਅੱਜ ਪੜ੍ਹੋ। ਤੇ ਉਹ ਕੰਪਾਈਲ ਕਰਨ ਤੋਂ ਬਾਅਦ ਫਿਰ ਸਾਨੂੰ ਅਹਿਸਾਸ ਹੋਇਆ, ਲੋਕਾਂ ਨੇ ਦੱਸਿਆ ਕਿ ਬਈ ਮੇਲੇ ਠੇਲੇ ਹੋਣੇ ਚਾਹੀਦੇ, ਮੀਰ ਸਾਹਿਬ ਨੂੰ ਜ਼ਿੰਦਾ ਰੱਖੋ। ਅਸੀਂ ਤਾਂ ਫਿਰ ਬਸ ਹਿੰਮਤ ਹੀ ਕੀਤੀ, ਫਿਰ ਲੋਕ ਰਲਦੇ ਗਏ। ਤੇ ਉਹ 17 ਸਾਲ ਹੋ ਗਏ। ਤੇ ਆਸਾਨ ਹੋਇਆ ਹੁਣ ਜ਼ਾਹਿਰ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖਿਆ ਹੋਏਗਾ, ਉਹਨੂੰ ਸਮਝਣਾ, ਹੈਂਡ ਰਾਈਟਿੰਗ ਨੂੰ, ਫਿਰ ਉਹਨਾਂ ਮਤਲਬਾਂ ਨੂੰ ਸਮਝਣਾ ਕਿ ਇਸ ਗੱਲ ਦਾ ਮਤਲਬ ਕੀ ਸੀ, ਸ਼ਾਇਰੀ ਦਾ ਕਿਸ ਪਾਸੇ, ਮਤਲਬ ਕਿਸ ਚੀਜ਼ ਨੂੰ ਉਹਨਾਂ ਨੇ ਜ਼ਾਹਿਰ ਕੀਤਾ, ਕਿ ਇਹਦੇ ਤੇ ਨੁਕਤਾ ਕੀ ਸੀ। ਇਹ ਤਾਂ ਹੁਣ ਇਹ ਨਕਾਤ ਜਿਹੜੇ ਅੱਜ ਦੇ ਦੌਰ ਦੇ ਨੇ, ਇਹ ਉਹ ਡਿਸਾਈਡ ਕਰਨਗੇ ਬਤੌਰੇ ਔਲਾਦ। ਔਰ ਜਿੰਨੇ ਵਿਦਿਆਰਥੀ ਬਤੌਰੇ ਵਿਦਿਆਰਥੀ ਪੰਜਾਬੀ ਸੇਵਕ, ਅਸੀਂ ਤਾਂ ਜੋ ਕੋਸ਼ਿਸ਼ ਕਰ ਸਕਦੇ ਸੀ ਕਰਤਾ। ਉਹ ਅੱਜ ਦਾ ਨਕਾਤ ਦੱਸੇਗਾ ਵੀ ਕੀ ਹੈ। ਮਗਰ 17 ਸਾਲ 'ਚ
ਅਜੇ ਤੱਕ ਵੀ ਲੋਕ ਮੀਰ ਸਾਹਿਬ ਨੂੰ ਡੀਕੋਡ ਨਹੀਂ ਕਰ ਪਾਏ। ਨਜ਼ਮ ਸਾਂਝੀ ਕਰਦਾ, ਇਹ 12ਵੀਂ ਸਦੀ ਦਾ ਕਿੱਸਾ ਹੈ। ਲਾਹੌਰ ਦੇ ਇੱਕ ਬੂਹਿਆਂ 'ਚੋਂ ਇੱਕ ਬੂਹਾ ਹੈ, ਮੋਰੀ ਗੇਟ। ਸਹੀ, ਜੇ ਤੁਸੀਂ ਲਾਹੌਰ ਨੂੰ ਪ੍ਰੋਪਰ ਵਾਲਟ ਸਿਟੀ ਨੂੰ ਵਿਜ਼ਿਟ ਕੀਤਾ ਹੋਇਆ, ਤੇ ਮੋਰੀ ਅਸਲ 'ਚ ਮਾੜਿਆਂ ਦਾ ਇਲਾਕਾ ਸੀ। ਤੇ ਉਸ ਟਾਈਮ ਜਦੋਂ ਇਨਵੈਡਰ ਆਉਂਦਾ ਹੈ 12ਵੀਂ ਸਦੀ 'ਚ, ਤੇ ਮੋਰੀ ਵੱਲ ਸਾਰੇ ਸ਼ਾਹ ਔਰ ਜਿੰਨੇ ਇੱਥੇ ਦੇ ਜੱਟ ਮੁਹੱਸਲ ਨੇ ਉਹ ਪਨਾਹ ਲੈਣ ਮੋਰੀ ਬੂਹੇ 'ਚ ਚਲੇ ਜਾਂਦੇ ਨੇ, ਕਿਉਂਕਿ ਮੋਰੀ ਬੂਹਾ ਇੱਕ ਐਸਾ ਬੂਹਾ ਹੈ ਜਿਹਦੇ 'ਚ ਘੋੜਸਵਾਰ ਚੁੱਕ ਕੇ ਗੁਜ਼ਰਦਾ। ਸਹੀ, ਅਦਰਵਾਈਜ਼ ਬਾਕੀ ਬੂਹੇ ਬੜੇ ਖੁੱਲੇ ਬੂਹੇ ਸਨ। ਤੇ ਮੀਰ ਸਾਹਿਬ ਨੇ ਉਸ ਮਾੜੇ ਨਾਲ ਖੜਾ ਹੋਣ ਦਾ ਇੱਕ ਅੰਦਾਜ਼ ਪੇਸ਼ ਕੀਤਾ ਹੈ। ਉਸ ਨਜ਼ਮ ਦਾ ਸਰਨਾਮਾ ਹੈ ਮੋਰੀ ਦਾ ਸਾਕਾ। ਦੱਸਣਾ ਇਸ ਲਈ ਵੀ ਜ਼ਰੂਰੀ ਹੈ ਨਜ਼ਮ ਕਿਉਂਕਿ ਉਹਦੀ ਬੁਨਤ ਐਸੀ ਹੈ ਕਿ ਹਜੇ ਤੱਕ ਕੋਈ ਡੀਕੋਡ ਨਹੀਂ ਕਰ ਸਕਿਆ, ਮਗਰ ਇਹ ਸਟੋਰੀ ਮੈਂ ਤੁਹਾਨੂੰ ਸੁਣਾਤੀ ਤਾਂ ਕਿ ਲੋਕਾਂ ਤੱਕ ਇੱਕ ਮੈਸੇਜ ਪਹੁੰਚੇ ਜੀ। ਨਜ਼ਮ ਸ਼ੁਰੂ ਹੁੰਦੀ ਹੈ, ਲੰਘ ਥੀ ਲੰਘ ਬਦਰੋਏ ਓੜੀਏ, ਤਲ ਵੀ ਲੰਘ ਅਜ ਆਪੇ। ਲੰਘ ਥੀ ਲੰਘ ਬਦਰੋਏ ਓੜੀਏ, ਤਲ ਵੀ ਲੰਘ ਅਜ ਆਪੇ। ਨਾ ਹੱਥ ਜੱਟ ਮੁਹੱਸਲ ਸਾਵੇਂ, ਨਾ ਸ਼ਾਵਾਂ ਦੇ ਘਾਪੇ। ਵਾਹ। ਨਾ ਜਾਦੂ ਨਾ ਚੰਦ ਨਾ ਸੂਰਜ, ਨਾ ਉੱਤਮ ਲੋ ਪਵਨ ਪਰੀ ਛਤ ਪਾਂਡ ਕਨਈਆ। ਨਾ ਭੈਰੂ ਨਾ ਭੂਤਪਾਲ, ਨਾ ਰਾਵਲ ਕਾਲਾ ਕਾਲਬਾਜ਼ ਜਦ ਖਿਜ਼ਰ ਬਰਾਮਾ। ਮੈਂ ਮੋਰੀ। ਬੜਾ ਮੁਸ਼ਕਿਲ ਉਰਦੂ ਹੈ। ਮੈਂ ਮੋਰੀ, ਪੰਜਾਬੀ ਸੌਰੀ। ਮੈਂ ਮੋਰੀ, ਮੋਰੀ ਦਾ ਦਮ ਏਕਲਾ ਭਲਿਓ, ਕੰਮ ਨਾ ਸੌੜ ਦੇਵੇ। ਨਫਰ ਕੁਲ ਜੰਮੇ ਜਾਗੇ ਜਮ, ਅੱਗੇ ਅਸਪਸਵਾਰ। ਮੈਂ ਮੋਰੀ ਮੈਂ ਕੰਡ ਸ਼ਹਿਰ ਦੀ, ਮੈਂ ਮੋਰੀ ਮੈਂ ਕੰਡ ਸ਼ਹਿਰ ਦੀ, ਝੂੰਝੋ ਗਾਰ। ਮਤਲਬ ਇੱਕ ਤੁਹਾਨੂੰ ਇੱਕ ਵੈਸੇ ਹੀ ਡਾਇਲੈਕਟ ਦੱਸਣਾ ਚਾਹੁੰਦਾ ਹੈ। ਮਤਲਬ ਕੀ ਸਾਰਾ ਬਹੁਤ ਮੁਸ਼ਕਿਲ ਨੂੰ ਸਮਝ ਨਹੀਂ ਆਇਆ। ਇਹ ਉੱਥੇ ਦੀ ਕੁਛ ਰੇਸਿਸ ਹਨ ਉਸ ਖਿੱਤੇ ਦੀਆਂ, ਜੋ ਮੈਂ ਪੜ੍ਹ ਸਕਿਆ ਹਿਸਟਰੀ ਨੂੰ ਥੋੜਾ ਬਹੁਤ। ਮੋਰੀ ਆਪਣੀ ਕਥਾ ਜੇ ਅੱਧੀ ਮੈਂ ਤੁਹਾਨੂੰ ਨਜ਼ਮ ਸੁਣਾਈਏ ਕਿਉਂਕਿ ਟੈਂਪੋ ਤੁਸੀਂ ਜੋ ਕਹਿ ਕੇ ਇਟਸ ਟੂ ਟਫ, ਤੇ ਉਹ ਟੈਂਪੋ ਮੇਰਾ ਟੁੱਟ ਗਿਆ। ਸੌਰੀ। ਨਹੀਂ, ਇਟਸ ਓਕੇ। ਇਹੀ ਉਹ ਮਸਲਾ ਹੈ ਕਿ ਜਿਹੜਾ ਮੈਂ ਨਕਾਦਾਂ ਤੱਕ ਮੈਂ ਤੁਹਾਨੂੰ ਗੱਲ ਕੀਤੀ ਕਿ ਨਕਾਦ ਡਿਸਾਈਡ ਕਰੇਗਾ, ਕ੍ਰਿਟਿਕ ਡਿਸਾਈਡ ਕਰੇਗਾ। ਸ਼ਾਰਬ ਸਾਹਿਬ ਇੱਥੇ ਦੇ ਖਿੱਤੇ ਦੇ ਬੜੇ ਅੱਛੇ ਸ਼ਾਇਰ ਨੇ, ਤੇ ਅਸੀਂ ਉਂਗਲ ਫੜ ਕੇ ਆਪਣੇ ਪਿਓ ਦੇ ਨਾਲ ਮੁਸ਼ਾਇਰੇ ਅਟੈਂਡ ਕਰਦੇ ਸਨ। ਬੜੇ ਲੋਕ ਸਾਡੀ ਬੈਠਕਾਂ 'ਚ ਗਏ, ਤੇ ਸ਼ਾਰਬ ਸਾਹਿਬ ਦੇ ਬਕੌਲ ਤੇ ਜੇ ਬੁੱਲੇ ਨੂੰ 3 ਵਾਰੀ ਪੜ੍ਹੋ ਤੇ ਮੀਰ ਸਮਝ ਆਉਂਦਾ ਹੈ, ਫੇਰ ਵੀ ਨਹੀਂ ਆਉਂਦਾ। ਬਿਕਾਜ਼ ਇੱਕ ਪੋਇਟ ਨਹੀਂ ਨੇ, ਇਹ ਬੇਸਿਕਲੀ ਇੱਕ ਪ੍ਰੋਫੈਸਰ ਨੇ। ਇਹ ਪੰਜਾਬੀ ਦੇ ਪ੍ਰੋਫੈਸਰ, ਪੰਜਾਬੀ ਦੇ ਲਿੰਗੁਇਸਟਿਕਸ ਦੇ ਮਾਹਿਰ, ਯਾਨੀ ਉਹਨਾਂ ਨੇ ਸਹੀ ਖਾਲਸ ਪੰਜਾਬੀ ਸ਼ਾਨਦਾਰ। ਇਹ ਉਸੇ ਖਿੱਤੇ ਦੇ ਉਸ ਟਾਈਮ ਦੀ 12ਵੀਂ ਸਦੀ ਦੇ ਖੜੀਜੇ ਅਲਫਾਜ਼ ਨੇ। ਉਹਦੀ ਰੀਜ਼ਨ ਕੀ ਹੈ, ਉੱਥੇ ਦੀਆਂ ਖੜੀਜੀਆਂ ਕੌਮਾਂ ਨੇ। ਔਰ ਮੋਰੀ ਆਪਣੀ ਕਥਾ ਖੁਦ ਦੱਸ ਰਹੀ ਹੈ ਕਿ ਤੂੰ ਮੈਨੂੰ ਜੇ ਮਾੜਾ ਸਮਝਦਾ, ਮੈਂ ਤੁਹਾਡੀ ਕੰਡ ਬਣ ਕੇ ਤੁਹਾਡੇ ਨਾਲ ਖੜਾ ਹੋਇਆ ਕਿ ਤੁਹਾਡੇ ਸਾਡਾ ਬੂਆ ਤਾਂ ਘੋੜਸਵਾਰ ਵੀ ਚੁੱਕ ਕੇ ਲੰਘਦਾ ਹੈ। ਸਹੀ। ਤੇ ਤੁਸੀਂ ਜਦੋਂ ਤੁਹਾਡੇ ਤੇ ਇਨਵੈਡਰ ਨੇ ਧਾਵਾ ਬੋਲਿਆ, ਤੁਹਾਨੂੰ ਮਾੜਿਆਂ ਨੇ ਬਚਾਇਆ। ਸੋ ਇੱਕ ਮੈਂ ਸਮਝਦਾ ਹਾਂ ਕਿ ਉਹ ਡੀਕੋਡ ਵੀ ਤਾਂ ਨਹੀਂ ਹੋ ਪਾਇਆ ਕਿ ਅੱਜ ਕੱਲ੍ਹ ਦੀ ਜਿਹੜੀ ਟ੍ਰਾਂਜ਼ਿਸ਼ਨਲ ਫੇਸ 'ਚ ਲੈਂਗੁਏਜ ਗੁਜ਼ਰ ਰਹੀ ਹੈ, ਉਹ ਲੈਂਗੁਏਜ ਆਲਮੋਸਟ ਡਰਾਮਾਈਜ਼ ਹੀ ਹੋ ਗਈ ਹੈ, ਡਰਾਮੈਟਿਕ ਹੈ। ਉਹ ਸਕਾਲਰ ਦੀ ਡਿਸਕਸ਼ਨ ਨਹੀਂ ਹੈ। ਉਸ ਤੋਂ ਪਹਿਲਾਂ ਸਾਡੇ ਕੋਲ ਬਹੁਤ ਸ਼ਾਇਰ ਆਏ ਨੇ, ਉਹਨਾਂ ਦੀ ਸਾਰੀ ਮੈਨੂੰ ਪੰਜਾਬੀ ਸਮਝ ਆ ਰਹੀ ਸੀ ਸ਼ਾਇਰੀ, ਬਟ ਇਟਸ ਵੈਰੀ ਡਿਫਿਕਲਟ। ਜਿਸ ਤਰ੍ਹਾਂ ਅਗਰ ਅਸੀਂ ਪੜ੍ਹੀਏ ਸੂਫੀ ਸ਼ਾਇਰੀ, ਉਹਦੀ ਵੀ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ। ਜੀ ਉਹਦੇ ਵਾਸਤੇ ਵੀ ਮੇਰੇ ਖਿਆਲ ਇੰਟੈਲੈਕਟ ਲੈਵਲ ਬਹੁਤ ਅਪ ਹੋਣਾ ਚਾਹੀਦਾ ਤੁਹਾਡਾ। ਕੁਝ ਸ਼ਾਇਰਾਂ ਦੀ ਖੁਰਾਕ ਹੁੰਦੇ ਨੇ, ਹਾਂ ਮੈਂ ਸਮਝਦਾ। ਵਾਹ। ਇਹ ਤੁਸੀਂ ਤੇ ਮੇਰੇ ਖਿਆਲ ਨਾਲ ਸਾਰੀ ਜਿਹੜੀ ਗੱਲ ਹੈ ਨਾ ਕੂਜ਼ੇ 'ਚ ਬੰਦ ਕਰ ਦਿੱਤੀ। ਜੀ ਉਹ ਜ਼ਰੂਰੀ ਨਹੀਂ ਕਿ ਹਰ ਅਦੀਬ ਲੋਕਾਂ ਨੂੰ ਸਮਝ। ਅਗਰ ਅਸੀਂ ਉਰਦੂ ਦੀ ਵੀ ਅਸੀਂ ਜਾਈਏ ਨਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਪੰਜਾਬੀ ਜ਼ਬਾਨ ਦੀ ਉਸ ਵਕਤ ਦੀ 12ਵੀਂ ਸਦੀ ਦੀ ਗੱਲ ਕਰ ਰਹੇ ਹੋ ਤੁਸੀਂ, ਉਸ ਟਾਈਮ ਦੀ ਬਿਹਤਰੀਨ ਜ਼ਬਾਨ ਜਿਹੜੀ ਸੀ, ਗ੍ਰਾਮਰ ਦੀ ਅਗਰ ਅਸੀਂ ਗੱਲ ਕਰੀਏ, ਪੰਜਾਬੀ ਔਰ ਉਰਦੂ ਗ੍ਰਾਮਰ ਦੀ ਗੱਲ ਕਰੀਏ, ਗ੍ਰਾਮਰ ਅਸੀਂ ਪੜ੍ਹੀ ਕੋਈ ਨਹੀਂ ਜੀ। ਉਰਦੂ ਵੀ ਅਸੀਂ ਬੋਲਦੇ ਹਾਂ ਤਾਂ ਕਿਸੇ ਐਡੀ ਅੱਛੀ ਉਰਦੂ ਨਹੀਂ ਬੋਲਦੇ। ਹਾਂ ਮੈਂ ਮੀਡੀਆ 'ਚ ਕੰਮ ਕਰ ਰਹੀ ਹਾਂ ਤਾਂ ਮੈਂ ਸ਼ਾਇਦ ਬਹੁਤ ਸਾਰੇ ਲਫ਼ਜ਼ ਸਹੀ ਬੋਲਦੀ ਹੋਵਾਂਗੀ, ਲੇਕਿਨ ਬਹੁਤ ਸਾਰੇ ਐਸੇ ਲਫ਼ਜ਼ ਨੇ ਜਿਨ੍ਹਾਂ ਦਾ ਮਤਲਬ ਨਹੀਂ ਪਤਾ ਹੁੰਦਾ। ਡਿਕਸ਼ਨਰੀ 'ਚ ਵੇਖਣ ਤੋਂ ਬਾਅਦ ਪਤਾ ਚੱਲਦਾ ਹੈ, ਕਦੀ ਕੋਈ ਆਰਟੀਕਲ ਸਾਹਮਣੇ ਆਉਂਦਾ ਹੈ, ਫਿਰ ਉਹਨੂੰ ਸਰਚ ਕਰੀਦਾ। ਐਸੇ ਤਰ੍ਹਾਂ ਪੰਜਾਬੀ ਦਾ ਵੀ ਐਸਾ ਸੀਨ ਹੈ। ਪੰਜਾਬੀ ਦੀ ਜੀ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਨਾ ਸਾਨੂੰ ਥੋੜ੍ਹਾ ਜਿਹਾ ਇਹਦਾ ਪਿਛੋਕੜ ਵੇਖਣਾ ਪੈਣਾ। ਇਹ ਜ਼ੁਬਾਨ ਕਮ ਅਜ਼ ਕਮ 4000 ਸਾਲ ਪੁਰਾਣੀ ਡ੍ਰੈਵਿਡੀਅਨ ਕਲਚਰ ਦੇ ਹੱਥੀ। ਮੁੰਡਾਨ ਕਬੀਲਾ ਸਾਡਾ ਇਹੀ ਲੈਂਗੁਏਜ, ਪੁੰਨੀ ਕਬੀਲਾ ਦਰਾਵੜੀਆਂ ਦਾ, ਉਹ ਲੈਂਗੁਏਜ ਪੰਜਾਬੀ ਉੱਥੋਂ ਹੀ ਬੁਣਤ ਹੋਈ ਹੈ। ਪੰਜਾਬੀ ਬਾਈ ਪ੍ਰੋਫੈਸ਼ਨ ਦੇ ਆਰ ਗੁੱਡ ਟ੍ਰੇਡਰਸ। ਇਹ ਅਲਸੀ ਕਪਾਹ ਦੇ ਟ੍ਰੇਡਰਸ ਹਨ,
ਇੱਥੇ ਬਣਾ ਕੇ ਪੂਰੇ ਇੰਟਰਨੈਸ਼ਨਲ ਮੰਡੀਆਂ ਤਾਈਂ ਘੁੰਮਦੇ ਸਨ। ਫਿਰ ਇਸ ਦਾ ਜਿਹੜਾ ਪੰਜਾਬੀ ਲੈਂਗੁਏਜ ਦਾ ਜੇ ਤੁਸੀਂ ਕਹੋ ਨਾ ਜਿਹੜਾ ਖਿਲਾਰ ਹੈ ਉਹ ਤੁਹਾਨੂੰ ਇਹਨਾਂ ਦੀ ਲੈਂਗੁਏਜਸ ਬਲੋਚਿਸਤਾਨ 'ਚ ਵੀ ਲੱਭ ਜਾਣਗੇ। ਖੜੀ ਜਿਹੇ ਇੱਥੇ ਕਈ ਐਸੇ ਕਬੀਲੇ ਨੇ, ਬਲੋਚੀ ਕਬੀਲੇ ਵੀ ਇਹ ਲੈਂਗੁਏਜ ਨੂੰ ਸਮਝਦੇ ਨੇ, ਔਰ ਇਵਨ ਕਿ ਯੂਨਾਨ ਤਾਈਂ ਇਹਨਾਂ ਦੇ ਇੰਪ੍ਰਿੰਟਸ ਐਗਜ਼ਿਸਟ ਕਰਦੇ ਨੇ। ਪਾਕਿਸਤਾਨ ਜਿਸ ਖਿੱਤੇ 'ਚ ਮੌਜੂਦ ਹੈ ਜਾਂ ਜਿਸ ਖਿੱਤੇ ਨਾਲ ਸਾਡਾ ਤਾਲੁਕ ਹੈ, ਇਹ ਇੰਡਸ ਸਿਵਲਾਈਜੇਸ਼ਨ ਦੁਨੀਆ ਦੀ ਸਭ ਤੋਂ ਪੁਰਾਣੀ ਤਹਿਜ਼ੀਬ। ਬਿਲਕੁਲ। ਤੇ ਇਹ ਲੈਂਗੁਏਜ ਦੀ ਹਿਸਟਰੀ ਵੀ ਉਨੀ ਹੀ ਪੁਰਾਣੀ। ਯਾਨੀ ਇਹ ਹਾਂ ਡਿਫਰੈਂਟ ਟ੍ਰਾਂਜ਼ਿਸ਼ਨਲ ਫੇਜ਼ਿਸ ਆਏ। ਵਿਦਿਕ ਆਏ, 6 ਜਿਲਦਾਂ ਬਣਾਉਣ ਵਾਲੇ ਆਏ, ਪੁੰਸ਼ਦ ਲਿਖਣ ਵਾਲੇ ਆਏ, ਪੁਰਾਣ ਆਏ, ਗੰਗਾ ਤੇ ਬਹਿ ਕੇ ਲਿਖਦੇ ਸਨ, ਸਰਸਵਤੀ ਦੇ ਕੰਢੇ ਤੇ ਲਿਖਦੇ ਸਨ। ਉਹਨਾਂ ਨਾਲ ਸਾਡਾ ਰੱਲਾ ਵੀ ਹੋਇਆ ਜੈਨੇਟਿਕਲੀ, ਮਿਕਸ ਰੇਸਿਸ ਵੀ ਬਣੀਆਂ, ਔਰ ਇਸ ਖਿੱਤੇ ਦਾ ਜਿਹੜਾ ਓਰੀਜਨਲ ਸਨ ਆਫ ਸੋਇਲ ਜਿਹੜਾ ਦਰਾਵੜੀ ਸੀ ਉਹ ਹਾਈਬ੍ਰਿਡਾਈਜ਼ਡ ਰੇਸਿਸ 'ਚ ਕਨਵਰਟ ਹੁੰਦਾ ਗਿਆ। ਜ਼ੁਬਾਨਾਂ ਨੇ ਵੀ ਮੁਖਤਲਿਫ ਰੰਗ ਫੜੇ, ਟਰੂ, ਡਾਇਲੈਕਟਸ ਵੀ ਮੁਖਤਲਿਫ ਬਣਦੇ ਗਏ। ਐਸਾ ਹੀ ਹੈ। ਇਹ ਹੁਣ ਵੀ ਤੁਸੀਂ ਵੇਖੋ ਪੰਜਾਬੀ ਜਿਹੜਾ ਹੈ, ਪੰਜਾਬੀ ਜ਼ਬਾਨ ਦੇ ਅਗਰ ਅਸੀਂ ਗੱਲ ਕਰੀਏ ਤੇ ਆਈ ਥਿੰਕ, ਆਈ ਡੋਂਟ ਨੋ ਇਫ ਆਈ ਐਮ ਰੋਂਗ, 30 ਕਿਲੋਮੀਟਰਸ ਤੋਂ ਬਾਅਦ ਜ਼ਬਾਨ ਪੰਜਾਬੀ ਚੇਂਜ ਹੋ ਰਹੀ ਹੈ। ਹਾਂਜੀ, ਕੋਹਾਂ ਦੇ ਹਿਸਾਬ ਨਾਲ ਨਾ ਰੱਖਿਆ ਕਿ ਲਹਿਜੇ ਤਬਦੀਲ ਹੋ ਰਹੇ ਨੇ। ਬਿਲਕੁਲ, ਜਦਕਿ ਉਹ ਵੀ ਪੰਜਾਬੀ ਹੈ, ਸਾਡੇ ਵੀ ਪੰਜਾਬੀ ਹੈ। ਇਸ ਤਰ੍ਹਾਂ ਹੁਣ ਗੁਜਰਾਤ ਦਾ ਰੀਜਨ ਦੇਖ ਲਓ, ਉੱਥੇ ਡੋਗਰੀ ਵੀ ਬੋਲੀ ਜਾਂਦੀ, ਗੁਜਰਾਤੀ ਵੀ ਬੋਲੀ ਜਾਂਦੀ, ਉਹ ਪੰਜਾਬੀ ਹੈ। ਮਾਝੀ ਲੈਂਗੁਏਜ ਸਾਡੀ ਵੀ ਹੈ, ਜਾਂ ਮਾਰੂਥਲ ਦੇ ਅਸੀਂ ਲੋਕ ਹੈ, ਸਾਡੀ ਲੈਂਗੁਏਜ ਦਾ ਡਾਇਲੈਕਟ ਡਿਫਰੈਂਟ ਹੈ ਜੀ। ਹੁਣ ਇਹ ਅਸਲ 'ਚ ਲੋਕਾਈ ਦਾ ਮਸਲਾ ਨਹੀਂ ਹੈ। ਡਾਇਲੈਕਟ ਦਾ ਇਸ਼ੂ ਤੁਹਾਡਾ ਮੇਰਾ ਢਿੱਡ ਨਹੀਂ ਪਾਲ ਰਿਹਾ, ਉਹ ਕੁਛ ਮਖਸੂਸ ਲੋਕਾਂ ਦਾ ਢਿੱਡ ਪਾਲ ਰਿਹਾ। ਟਰੂ। ਉਹ ਫਿਰ ਉਹ ਡਾਇਲੈਕਚੁਅਲ ਜਾਂ ਪ੍ਰੋਕਸੀ ਵਾਰ ਦੇ ਅੰਦਰ ਅਸੀਂ ਕਿਵੇਂ ਆ ਗਏ, ਇਹ ਸਾਡਾ ਮਸਲਾ ਹੀ ਨਹੀਂ। ਉਹ ਕਹਿੰਦੇ ਜੰਮਦ, ਮੀਰ ਸਾਹਿਬ ਵੀ ਕਹਿੰਦੇ ਆ, ਜੰਮਦੇ ਅੱਖ ਦੀ ਗੁੜਤੀ ਲਈ ਤੇ ਮਰਿਆ ਪੀਤਾ ਜ਼ਹਿਰ। ਮਤਲਬ ਸਾਨੂੰ ਜੰਮਣ ਤੋਂ ਪਹਿਲਾਂ ਅਸੀਂ ਆਪਣੇ ਨਿਆਣਿਆਂ ਨੂੰ ਐਸੀਆਂ ਪੜ੍ਹਨ ਡਈ ਸਾਂ, ਜਦ ਤੁਸੀਂ ਪੜ੍ਹਿਆ ਨਾ, ਜੀ ਇਹ ਪੜ੍ਹਨ ਡਈ ਸਾਂ, ਜੰਮਦਿਆਂ ਅੱਖ ਦੀ ਗੁੜਤੀ ਲਈ ਤੇ ਮਰਦਿਆਂ ਪੀਤਾ ਜ਼ਹਿਰ। ਇਹ ਕੋਰੋਨਾ ਦੀ ਮੈਂ ਪੜ੍ਹੀ, ਬੜੀ ਜ਼ਬਰਦਸਤ। ਠੰਡੀ ਬਰਫ਼ ਹਵਾ ਦੀ ਚਾਦਰ ਗਰਮ ਜ਼ਮੀਨ ਤੇ ਪਾਈ, ਅੱਖੀਆਂ ਦੇ ਪਾਣੀ ਦੇ ਅੰਦਰ ਚਮਕੇ ਸਾਵੀ ਕਾਈ। ਅਗਰ ਮੈਂ ਗਲਤ ਪੜ੍ਹਾਂ ਦੱਸ ਛੜਿਓ। ਮਿੱਟੀ ਵਿੱਚ ਖੜਾ ਬੈਠੀਆਂ ਹੰਸਾਂ ਵਰਗੇ ਪਾਈ। ਹਾਂ, ਚਮ ਸੁਰਕਿਆ ਜਾਤਕਾਂ ਲਈ ਗੁਣ ਮਿੱਟੀ ਚਾਟ ਬਣਾਈ। ਵਾਹ ਵਾਹ ਵਾਹ। ਕੋਈ ਦਲੀਲ ਵੀ ਹਾਕਮ ਆਗੇ ਉੱਕਾ ਕੰਮ ਨਾ ਆਈ। ਵਾਹ 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 ਵਾਹ। ਹੁਣ ਸਮਝ ਆਈ ਮੈਨੂੰ ਆਪ ਪੜ੍ਹ ਕੇ, ਕਿਆ ਬਾਤ। ਯਾਨੀ ਹਾਕਮ ਦੇ ਅੱਗੇ ਕੋਈ ਦਲੀਲ ਵੀ ਸਾਡੀ ਕੰਮ ਨਾ ਆਈ, ਉਲਟਾ ਉਸ ਉਤਾਰ ਕੇ ਗਰਦਨ ਸਾਡੇ ਹੱਥ ਫੜਾਈ। ਡਰ ਦੀ ਮਾਰੀ ਕੋਈ ਕਾਮਣੀ ਘਰ 'ਚ ਰੋਣ ਨਾ ਆਈ। ਮਰਾਜਲ ਭਲਿਆਂ ਨੇ ਫਿਰ ਰਾਂਦੇ ਨਾ ਤੇ ਮੁਲਕ ਸ਼ਹਿਰ ਵਗਾਈ। ਅਲਮ ਪਹਾੜ ਤੇ ਰੱਬ ਦੇ ਨਾਂ ਦਾ ਹੇਠਾਂ ਵਗਦੀ ਖਾਈ। ਹਾਂ, ਪੰਜਾਬੀ ਪੜ੍ਹਨੀ ਬੜੀ ਔਖੀ ਹੈ। ਨਾਲ ਜੰਗਲ ਵਿੱਚ ਊਦ ਬਲਾਵਾਂ, ਅੰਦਰ ਛਿੜੀ ਲੜਾਈ। ਬਹੁਤ ਜ਼ਬਰਦਸਤ। ਅੱਛਾ, ਮੈਂ ਕਹਿਣਾ ਚਾਹਾਂਗੀ ਤੁਹਾਡੀ ਮੈਮਰੀ ਬਹੁਤ ਅੱਛੀ ਹੈ। ਹਾਂ ਜੀ, ਬਸ ਉਹ ਅਟੈਚਮੈਂਟ ਤੁਹਾਡੀ ਜਿਸ ਸ਼ੈ ਨਾਲ ਵੀ ਹੋ ਜਾਏ। ਮੇਰੀ ਇੱਕ ਦੋਸਤ ਬੜੀ ਅੱਛੀ ਡਾਕਟਰ ਹੈ, ਉਹ ਕਹਿੰਦੀ, ਮੈਂ ਕਿਹਾ ਮੇਰਾ ਨਾ ਹਾਫਜ਼ਾ ਕਮਜ਼ੋਰ ਹੁੰਦਾ ਜਾ ਰਿਹਾ। ਉਹਨੇ ਕਿਹਾ ਡਾਕਟਰ ਸਾਹਿਬ ਹਾਫਜ਼ਾ ਕਮਜ਼ੋਰ ਇਸ ਲਈ ਹੁੰਦਾ ਕਿ ਤੁਸੀਂ ਕੰਸਨਟਰੇਟ ਨਹੀਂ ਕਰਦੇ, ਤੁਹਾਡਾ ਪੁਆਇੰਟ ਆਫ ਕੰਸਰਨ ਨਹੀਂ ਹੁੰਦਾ। ਜਿਹੜੀ ਚੀਜ਼ ਤੁਸੀਂ ਯਾਦ ਰੱਖਣੀ ਉਹ ਰੱਖਣੀ ਹੈ। ਟਰੂ। ਇਹੀ ਸਵਾਲ ਮੈਂ ਵੀ ਪੁੱਛਿਆ ਸੀ। ਮੇਰੇ ਇੱਕ ਡਾਕਟਰ ਆਏ ਸਨ ਮੇਰੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀ ਕਿ ਮਤਲਬ ਅਸੀਂ ਪਹਿਲੇ ਸੁਣਨੇ ਸਾਂ ਕਿ ਬੁੱਢਿਆਂ ਨੂੰ ਡਾਇਮੈਂਸ਼ੀਆ ਹੁੰਦਾ। ਹੁਣ ਮੈਨੂੰ ਲੱਗਦਾ ਕਿ ਮੈਨੂੰ ਵੀ ਅੱਲਾ ਮਾਫ ਕਰੇ, ਅੱਲਾ ਨਾ ਕਰੇ, ਮੈਂ ਵੀ ਕਿਸੇ ਡਾਇਮੈਂਸ਼ੀਆ ਟਾਈਪ ਚੀਜ਼ ਦੀ ਸ਼ਿਕਾਰ ਹੋ ਚੁੱਕੀ ਹੋਈ ਹਾਂ। ਕਿਉਂਕਿ ਮੈਨੂੰ ਇੰਝ ਲੱਗਦਾ ਕਿ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਕਮਰੇ ਜਾਂਦੀ ਹਾਂ, ਮੈਂ ਕੀ ਲੈਣ ਗਈ ਸਾਂ ਔਰ ਮੈਂ ਕੀ ਕਰਨ ਕੇ ਆਈ ਸਾਂ। ਔਰ 2 ਮਿੰਟ ਤੱਕ ਸੋਚਦੀ ਹਾਂ, ਬਾਹਰ ਆਉਂਦੀ ਹਾਂ, 5 ਮਿੰਟ ਬਾਅਦ ਯਾਦ ਆਉਂਦਾ ਕਿ ਅੱਛਾ ਮੈਂ ਉਹ ਚੀਜ਼ ਲੈਣ ਗਈ ਸਾਂ। ਜਾਂ ਮੈਂ ਕੋਈ ਗੱਲ ਕਰਨ ਲੱਗੀ ਹਾਂ ਨਾ, ਤੇ ਮੇਰਾ ਕਿਸੇ ਨੇ ਧਿਆਨ ਉਧਰ ਕਰਤਾ, ਤਾਂ ਮੈਂ ਭੁੱਲ ਜਾਂਦੀ ਹਾਂ ਮੈਂ ਕੀ ਗੱਲ ਕਰਨ ਲੱਗੀ ਸਾਂ। ਔਰ ਬਹੁਤ ਦਫਾ ਬਹੁਤ ਕੀਮਤੀ ਚੀਜ਼ਾਂ ਰੱਖ ਕੇ ਭੁੱਲ ਗਈ, ਬਾਅਦ ਵਿੱਚ ਮਿਲ ਗਈਆਂ, ਲੇਕਿਨ ਦ ਮੋਮੈਂਟ ਮੈਨੂੰ ਚਾਹੀਦੀਆਂ ਸਾਨੂੰ ਨਹੀਂ ਮਿਲੀਆਂ। ਤਾਂ ਮੈਂ ਕਿਹਾ ਮੈਨੂੰ ਦੱਸੋ ਕਿ ਇਹ ਕੋਈ ਬਿਮਾਰੀ ਹੈ। ਉਹ ਸਨ ਨਿਊਰੋਲੋਜਿਸਟ, ਤੇ ਦਿਮਾਗ ਦੇ ਡਾਕਟਰ। ਤੇ ਉਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਨੇ ਕਿਹਾ ਕਿ ਟੋਟਲੀ ਨੋਰਮਲ। ਉਹਦੀ ਵਜ੍ਹਾ ਕਿ ਇਨਫੋਰਮੇਸ਼ਨ ਬਹੁਤ, ਸ਼ਾਇਦ ਮੇਰੇ ਵੇਖਣ ਵਾਲਿਆਂ ਨੂੰ ਵੀ ਇਹ ਚੀਜ਼, ਤੁਸੀਂ ਬਹੁਤ ਜ਼ਬਰਦਸਤ ਗੱਲ ਕੀਤੀ, ਤਾਂ ਮੈਨੂੰ ਉੱਥੋਂ ਯਾਦ ਆਇਆ ਕਿ ਸ਼ਾਇਦ ਵੇਖਣ ਵਾਲਿਆਂ ਦੇ ਵੀ ਇਹ ਇਸ਼ੂ ਚੱਲਦਾ ਹੋਏ, ਉਹਨਾਂ ਦਾ ਵੀ ਕਨਸੈਪਟ ਕਲੀਅਰ ਕਰਾਂ। ਉਹਨਾਂ ਨੇ ਕਿਹਾ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ, ਮੋਬਾਈਲ ਬਹੁਤ ਫਾਸਟ ਅਸੀਂ ਯੂਜ਼ ਕਰਨੇ ਆ, ਸ਼ਾਰਟਸ ਤਾਂ ਜ਼ਿੰਦਗੀ ਆ ਗਈ ਹੋਈ ਹੈ। ਮਤਲਬ ਸ਼ਾਰਟਸ ਵੀਡੀਓ ਤਾਂ ਅਸੀਂ ਵੇਖਦੇ ਹਾਂ ਤੇ 2x ਤੇ ਵੇਖਦੇ ਹਾਂ, ਠੀਕ ਹੈ। ਨੋਰਮਲ ਤੇ ਵੀਡੀਓ ਵੀ ਨਹੀਂ ਵੇਖਦੇ। ਵਾਇਸ, ਮੈਂ ਤਾਂ ਵਾਇਸ ਨੋਟ ਵੀ 2x ਸੁਣਨੀ ਆ। ਹੁਣ ਮਤਲਬ ਕੁਝ ਲੋਕਾਂ ਦੀ ਆਦਤ ਹੈ ਜੀ, ਇਵਨ ਮੇਰੇ ਪ੍ਰੋਡਿਊਸਰ ਸਾਹਿਬ ਦੀ ਆਦਤ ਹੈ, ਬੜਾ ਆਰਾਮ ਨਾਲ ਕਰਦੇ ਹਨ ਜੀ, ਅਸਲਾਮ ਵਾਲੇਕੁਮ,
ਅੱਜ ਦਾ ਪ੍ਰੋਗਰਾਮ ਇੰਨੇ ਵਜੇ ਵੇ, ਉਹ ਬੜਾ ਆਰਾਮ ਨਾਲ ਮੈਂ ਉਹਨੂੰ ਥਰੂ ਐਕਸ ਕੀਤਾ, ਜਿਵੇਂ ਸਾਨੂੰ ਮਤਲਬ ਜੀ ਲਾਈਵ। ਤੁਹਾਡੀ ਸ਼ਾਰਟ ਟਰਮ ਮੈਮਰੀ ਬਣ ਗਈ ਹੈ, ਹਾਂ ਉਹਨਾਂ ਨੇ ਕਿਹਾ ਲੌਂਗ ਤੇ ਟਰਮ ਤੁਹਾਡੀ ਦਿਮਾਗ ਦੇ ਵਿੱਚ ਨਾ ਸਮਝ ਲਓ ਮਤਲਬ ਮੈਂ ਆਮ ਇਨਸਾਨ ਵਾਸਤੇ ਸਮਝੋ, ਮੈਂ ਵੀ ਆਮ ਇਨਸਾਨ ਸਾਂ, ਮੈਂ ਕਿਹੜਾ ਕੋਈ ਡਾਕਟਰ ਸਾਂ, ਨਾ ਮੈਨੂੰ ਡਾਕਟਰ ਦੀ ਜ਼ਬਾਨ ਸਮਝਾਣੀ ਸੀ। ਉਹਨਾਂ ਨੇ ਕਿਹਾ ਕਿ ਤੁਹਾਡੀ ਮੈਮਰੀਜ਼ ਦੇ ਵੀ ਨਾ ਪਾਰਟਸ ਹੁੰਦੇ ਨੇ, ਸ਼ਾਰਟ ਟਰਮ ਮੈਮਰੀ, ਔਰ ਇੱਕ ਹੁੰਦਾ ਕਿ ਪਰਮਾਨੈਂਟ ਮੈਮਰੀ, ਔਰ ਇੱਕ ਹੁੰਦਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਇੱਕ ਜਗ੍ਹਾ ਤੋਂ ਸਫ਼ਰ ਕਰ ਰਹੇ ਹੋ, ਤੁਹਾਨੂੰ ਪੂਰਾ ਰਾਹ ਯਾਦ ਨਹੀਂ ਹੁੰਦਾ, ਉਸ ਰਾਹ 'ਚ ਤੁਸੀਂ ਇੰਨੀਆਂ ਦੁਕਾਨਾਂ ਵੀ ਵੇਖਦੇ ਹੋ, ਬਾਜ਼ਾਰ ਤੋਂ ਵੀ ਲੰਘਦੇ ਹੋ, ਗਾੜੀਆਂ ਵੇਖਦੇ ਹੋ, ਤੁਹਾਨੂੰ ਨਹੀਂ ਯਾਦ ਰਹਿੰਦਾ। ਹਾਂ ਕੋਈ ਚੀਜ਼ ਤੁਹਾਨੂੰ ਅਟਰੈਕਟ ਕਰਦੀ ਹੈ ਤਾਂ ਤੁਹਾਨੂੰ ਯਾਦ ਰਹਿੰਦੀ ਹੈ। ਕਿਉਂ? ਕਿਉਂਕਿ ਤੁਸੀਂ ਉਹ 'ਤੇ ਜ਼ੋਰ ਦਿੰਦੇ ਹੋ, ਕੋਸ਼ਿਸ਼ ਕਰਦੇ ਹੋ ਉਹਨੂੰ ਯਾਦ ਰੱਖਣ ਦੀ। ਜਸਟ ਕਿ ਅਸੀਂ ਆਪਣਾ ਕੌਨਸਨਟ੍ਰੇਸ਼ਨ ਲੈਵਲ ਖੋ ਬੈਠੇ ਹਾਂ, ਔਰ ਅਸੀਂ ਕਿਸੇ ਚੀਜ਼ 'ਤੇ ਵੀ ਆਪਣਾ ਧਿਆਨ ਨਹੀਂ ਦਿੰਦੇ। ਸਾਨੂੰ ਇਹ ਲੱਗਦਾ ਹੈ ਕਿ ਸਾਡੀ ਮੈਮਰੀ ਖਰਾਬ ਹੋ ਗਈ। ਸਾਡੀ ਮੈਮਰੀ ਨਹੀਂ ਖਰਾਬ ਹੋ ਗਈ, ਸਾਡੀਆਂ ਹਰਕਤਾਂ ਖਰਾਬ ਨੇ। ਐਸੇ ਹੀ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਹੀ ਹੈ ਜੀ, ਜਿਸ ਚੀਜ਼ 'ਤੇ ਤੁਸੀਂ ਫੋਕਸ ਕਰੋਗੇ ਉਹ ਤੁਹਾਡੇ ਨਾਲ ਹੀ। ਲੇਕਿਨ ਮਾਸ਼ਾਅੱਲਾ ਫਿਰ ਵੀ ਬਹੁਤ ਜ਼ਬਰਦਸਤ ਮੈਮਰੀ ਤੁਹਾਡੀ ਬਹੁਤ ਅੱਛੀ ਹੈ, ਔਰ ਇੰਨੀ ਮੁਸ਼ਕਿਲ ਮੈਂ ਇਸ ਲਈ ਬੋਲ ਰਹੀ ਹਾਂ ਕਿ ਸ਼ਾਇਰੀ ਨੂੰ ਤੁਸੀਂ ਜ਼ਰਾ ਵੀ ਇੱਧਰ ਉੱਧਰ ਕਰੋਗੇ ਨਾ ਤੇ ਉਹ ਰਬਤ ਟੁੱਟ ਜਾਂਦਾ ਹੈ। ਜੀ ਜੀ ਮਤਲਬ ਜੋ ਮੇਰੇ ਅਲਫਾਜ਼ ਨੇ, ਅਗਰ ਮੈਂ ਕੁਝ ਗਲਤ ਕਹਿ ਰਹੀ ਹਾਂ ਤੇ ਬਰਦਾਸ਼ਤ ਕਰ ਲਿਓ ਕਿ ਮੈਂ ਸ਼ਾਇਰਾ ਨਹੀਂ। ਨਹੀਂ ਜੀ ਕੋਈ ਐਸੀ ਗੱਲ ਹੀ ਨਹੀਂ, ਸ਼ਾਇਰੀ ਨੂੰ ਸਮਝਣ ਵਾਲਾ ਵੀ ਸ਼ਾਇਰੀ ਹੈ। ਅੱਛਾ ਦੱਸੋ, ਤੁਸੀਂ ਜੋ ਕਿ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ, ਤੇ ਪੰਜਾਬੀ ਦੇ ਹਵਾਲੇ ਨਾਲ ਤੁਸੀਂ ਕੀ ਇਕਦਾਮਾਤ ਕਰ ਰਹੇ ਹੋ, ਕੀ ਸੋਚਦੇ ਹੋ ਕਿ ਬੱਚਿਆਂ ਨਿਊ ਜਨਰੇਸ਼ਨ ਜਿਹੜੀ ਹੈ ਪੰਜਾਬੀ ਤੋਂ ਦੂਰ ਹੋ ਚੁੱਕੀ ਹੋਈ ਹੈ, ਕਿਹੜੀ ਐਸੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਰਨ ਦੀ ਜ਼ਰੂਰਤ ਨੇ ਕਿ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਈਏ? ਮੈਂ ਮੁਲਤਾਨ ਪੜ੍ਹਾ ਰਿਹਾ ਕਿ ਉੱਥੇ ਦੇ ਇਸ਼ੂਜ਼ ਨੇ ਇੰਟਾਇਰਲੀ ਡਿਫਰੈਂਟ, ਤੇ ਉੱਥੇ ਮੇਰਾ ਜਿਹੜਾ ਪੜ੍ਹਾਉਣ ਦਾ ਅੰਦਾਜ਼ ਹੈ ਉਹ ਲੋਕਾਂ ਨੂੰ ਉਹਨਾਂ ਦੀ ਮੁਕਾਮੀ ਔਰ ਜਿਹੜੀ ਲੋਕਲ ਲੈਂਗੁਏਜ ਹੈ ਮੈਂ ਉਹ ਪ੍ਰਮੋਟ ਕਰਨਾ ਚਾਹੁੰਦਾ। ਭਾਵੇਂ ਜਿਹੜਾ ਮਰਜ਼ੀ ਡਾਇਲੈਕਟ ਹੋਵੇ, ਭਾਵੇਂ ਸਰਾਇਕੀ ਹੋਵੇ ਜਾਂ ਜੋ ਮਰਜ਼ੀ, ਇਟਸ ਅ ਪਾਰਟ ਆਫ ਅ ਪੰਜਾਬੀ, ਇਹ ਮੇਰਾ ਮੰਨਣਾ ਹੈ। ਮੁਕਾਮੀ ਜ਼ੁਬਾਨ, ਲੋਕਾਈ ਜ਼ੁਬਾਨ ਜਿਹੜੀ ਹੈ ਉਹ ਅਸਲ ਵਿੱਚ ਇਰਦ ਗਿਰਦ ਇੱਕ ਮਾਹੌਲ ਹੈ ਨਾ ਜੀ, ਤੁਸੀਂ ਉੱਥੋਂ ਇਨਫਲੂਐਂਸ ਹੋਣਾ ਹੀ ਹੋਣਾ। ਜਿਵੇਂ ਲਾਮਾਰਕ ਕਹਿੰਦਾ ਨਾ ਕਿ ਇਨਸਾਨ ਆਪਣੇ ਮਾਹੌਲ ਤੋਂ ਕਰੈਕਟਰਸ ਐਕਵਾਇਰਡ ਵੀ ਕਰ ਲੈਂਦਾ ਹੈ, ਤੇ ਇੱਕ ਇਕਾਈ ਦੇ ਉੱਤੇ ਮੈਂ ਇੱਕ ਇਕਾਈ ਹਾਂ, ਜੋ ਸਾਡੇ ਤੇ ਮਾਹੌਲ ਦੇ ਹਿਸਾਬ ਨਾਲ ਵਾਪਰੇਗਾ ਉਹ ਸਾਡੇ ਖਦੋਖਾਲ ਦੱਸ ਦੇਣਗੇ। ਇੱਕ ਗਰਮੀ 'ਚ ਰਹਿਣ ਵਾਲੇ ਦਾ ਰੰਗ ਓਨਾ ਹੀ ਕਾਲਾ ਹੋਣ ਲੱਗ ਜਾਂਦਾ, ਜਿਹੜਾ ਏਸੀ 'ਚ ਰਹਿੰਦਾ ਓਨਾ ਹੀ ਚਿੱਟਾ ਹੋ ਜਾਂਦਾ ਹੈ। ਐਸਾ ਹੀ ਮੁਕਾਮੀ ਜ਼ੁਬਾਨਾਂ ਦੀ ਪ੍ਰਮੋਸ਼ਨ ਦੇ ਮੈਂ ਬਿਲਕੁਲ ਹੱਕ 'ਚ ਹਾਂ, ਔਰ ਸਟੂਡੈਂਟਸ ਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿਉਂਕਿ ਉੱਥੇ ਜਿਹੜੇ ਸਟੂਡੈਂਟ ਆਉਂਦੇ ਨੇ ਕੋਈ ਬਹੁਤ ਐਕਸਟਰਾਆਰਡੀਨਰੀ ਸਟੂਡੈਂਟ ਨਹੀਂ ਆਉਂਦੇ। ਗਵਰਨਮੈਂਟ ਕਾਲਜ, ਯੂਨੀਵਰਸਿਟੀ ਹੈ, ਇਸ ਕਿਸਮ ਦੇ ਇਦਾਰੇ ਜਿਨ੍ਹਾਂ 'ਚੋਂ ਮੈਂ ਰਾਵੀਅਨ ਵੀ ਹਾਂ। ਇਹਨਾਂ ਇਦਾਰਿਆਂ ਦੇ ਅੰਦਰ ਲੋਕ ਬੜੇ ਅੱਛੇ ਮਾਰਕਸ ਲੈ ਕੇ ਆਉਂਦੇ ਨੇ। ਜਿਨ੍ਹਾਂ ਇਦਾਰਿਆਂ 'ਚ ਮੈਂ ਪੜ੍ਹਾਉਂਦਾ ਉਹ 50% ਵਾਲਾ ਵੀ ਆ ਰਿਹਾ ਹੁੰਦਾ, ਐਂਡ ਹੀ ਕੈਨ ਨਾਟ ਸਪੀਕ ਵੈਲ ਇਨ ਇੰਗਲਿਸ਼, ਹੀ ਕੈਨ ਨਾਟ ਅੰਡਰਸਟੈਂਡ ਬਾਈ ਦਾ ਵੇ, ਔਰ ਇਵਨ ਉਰਦੂ ਵੀ ਉਹਨੂੰ ਬੜਾ ਇਰੀਟੇਟ ਕਰ ਰਹੀ ਹੈ। ਉਹ ਪੰਜਾਬੀ 'ਚ ਗੱਲ ਕਰਦਾ, ਉਹ ਪੰਜਾਬੀ ਤਾਂ ਨਹੀਂ ਮਗਰ ਆਪਣੀ ਮਾਂ ਵਾਲੀ ਬੋਲੀ ਬੋਲਣਾ ਚਾਹੁੰਦਾ ਹੈ, ਉਹ ਸਰਾਇਕੀ ਬੋਲਣਾ ਚਾਹੁੰਦਾ ਹੈ, ਉਹ ਜੋ ਵੀ ਬੋਲਣਾ ਚਾਹੁੰਦਾ। ਮਾਂ ਪੰਜਾਬੀ ਬੋਲ ਰਹੀ ਹੋਵੇ, ਦਾਦਾ ਪੰਜਾਬੀ ਬੋਲ ਰਿਹਾ ਹੋਵੇ, ਉਹ ਫਿਰ ਸ਼ੁਰੂ 'ਚ ਨਿਆਣਿਆਂ ਨੂੰ ਤੰਗ ਕਰਦਾ। ਤੇ ਇਬਤਦਾਈ ਤਾਲੀਮ ਤਾਂ ਐਟਲੀਸਟ ਹੋਣੀ ਚਾਹੀਦੀ ਹੈ, ਔਰ ਬੱਚੇ ਨੂੰ ਅੱਗੇ ਆਪਸ਼ਨਸ 'ਤੇ ਛੱਡ ਦਿੱਤਾ ਜਾਏ। ਔਰ ਇਸ 'ਚ ਮਹਿਜ਼ ਸਿਰਫ ਮੈਂ ਸਮਝਦਾ ਹਕੂਮਤ ਦਾ ਕਸੂਰ ਵੀ ਨਹੀਂ, ਇੱਥੇ ਤੇ ਲੌਰੀਏਟ ਦਾ ਵੀ ਕਸੂਰ ਹੈ ਕਿ ਉਹਨੇ ਉਹ ਕੋਰੀਕੂਲਾ ਵੀ ਅੱਛੇ ਤਰੀਕੇ ਨਾਲ ਨਹੀਂ ਡਿਵੈਲਪ ਕੀਤਾ ਜਿਹੜਾ ਕਿ ਸਾਈਕੋਲੋਜੀਕਲੀ ਕਿਸੇ ਬੱਚੇ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ। ਉਹ ਸਾਡੀ ਜ਼ਿੰਮੇਵਾਰੀ ਹੈ ਔਰ ਵੀ ਵਿਲ ਵਰਕ ਔਨ ਇਟ। ਅਸੀਂ ਇਸ 'ਤੇ ਕੰਮ ਕਰਾਂਗੇ ਔਰ ਕਰ ਵੀ ਰਹੇ ਨੇ ਕੁਝ ਦੋਸਤ ਸਾਡੇ। ਅੱਛਾ, ਪੰਜਾਬੀ ਜ਼ਬਾਨ ਜੋ ਕਿ ਤੁਸੀਂ ਬਹੁਤ ਸੋਹਣੀ ਬੋਲਦੇ ਹੋ, ਸ਼ਾਇਰੀ ਵੀ ਕਰਦੇ ਹੋ, ਤੇ ਆਪਣੇ ਘਰ 'ਚ ਵੀ ਪੰਜਾਬੀ 'ਚ ਗੱਲ ਕਰਦੇ ਹੋ? ਪੰਜਾਬੀ ਜੀ, ਪੰਜਾਬੀ। ਗੋ ਮੇਰੀ ਮਿਸਿਸ ਜਿਹੜੀ ਹੈ ਉਹ ਮਖਦੂਮ ਆਮਰ ਸੁਹੇਲ ਸਾਹਿਬ ਸਦਾਰਤੀ ਅਵਾਰਡ ਯਾਫਤਾ ਸ਼ਾਇਰ ਨੇ, ਉਰਦੂ ਦੇ, ਉਹਨਾਂ ਦੀ ਭਤੀਜੀ ਹੈ, ਡਿਪਟੀ ਸੈਕਟਰੀ ਵੀ ਹੈ ਤਾਲੀਮ ਦੀ। ਲੱਗਦਾ ਸ਼ਾਇਰਾਂ ਦਾ ਜੰਮਿਆ ਹੈ। ਤੇ ਉਹ ਉਰਦੂ ਬੋਲਦੀ ਹੈ, ਮਗਰ ਮੈਂ ਆਪਣੇ ਨਿਆਣੇ ਨੂੰ ਪੰਜਾਬੀ ਤੇ ਲਾਤਾ। ਬਹੁਤ ਚੰਗਾ ਕੀਤਾ। ਔਰ ਹੌਲੀ ਹੌਲੀ ਆਪਣੀ ਸਵਾਣੀ ਨੂੰ ਵੀ ਪੰਜਾਬੀ ਤੇ ਲਾਤਾ। ਸਵਾਣੀ, ਇੱਕ ਵੀਡੀਓ ਬੜੀ ਵਾਇਰਲ ਹੋਈ ਉਸ ਸਾਈਡ ਦੀ, ਮੇਰੀ ਸੋਹਣੀ ਸਵਾਣੀ ਮੇਰੀ ਬੱਗੋ, ਉਹ ਤਾਂ ਮੈਨੂੰ ਪਤਾ ਲੱਗਾ ਸਵਾਣੀ ਬੀਵੀ ਨੂੰ ਕਹਿੰਦੇ ਨੇ। ਉਹ ਉਹਨੂੰ ਅੱਛਾ ਅਸੀਂ ਇਹਨੂੰ ਬਣਾਉਂਦੇ ਸਾਂ ਮੇਰੀ ਸੋਹਣੀ ਸਵਾਣੀ, ਮਤਲਬ ਬਹੁਤ ਸੋਹਣੀ ਮੇਰੀ। ਓਕੇ, ਵਾਈਫ ਨੂੰ ਕਹਿੰਦੇ ਨੇ ਜੀ? ਵਾਈਫ ਨੂੰ ਵੀ ਕਹਿ ਸਕਦੇ ਆ, ਮਤਲਬ ਜੋ ਅੱਛਾ ਲੱਗੇ ਉਹਨੂੰ ਸਵਾਣੀ। ਤੁਸੀਂ ਕਹਿੰਦੇ ਵੀ ਜਿਹੜੀ ਸੋਹਣੀ ਹੈ, ਜੇ ਸੋਹਣੀ ਹੈ ਤੇ ਕਹਿ ਦਿਓ, ਜਿਹੜਾ ਸੋਹਣਾ ਹੈ ਉਹਨੂੰ ਕਹੋ, ਤੇ ਜੇ ਸੋਹਣੀ ਨਾ ਹੋਵੇ ਸਵਾਣੀ ਹੈ ਤਾਂ ਮਤਲਬ ਹੈ ਕਿ ਫੀਮੇਲ। ਮੈਂ ਕਿਹਾ ਮੇਰੀ ਸਵਾਣੀ, ਮੇਰੀ ਸਵਾਣੀ। ਓਕੇ 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 ਓਕੇ, ਮਤਲਬ ਫੀਮੇਲ ਨੂੰ ਕਹਿੰਦੇ ਨੇ ਸਵਾਣੀ। ਹਾਂਜੀ ਹਾਂਜੀ, ਸਵਾਣੀ। ਠੀਕ ਹੈ, ਮੈਂ ਵੀ ਆਪਣਾ ਕਨਸੈਪਟ ਕਲੀਅਰ ਕਰ ਲੈਣਾ। ਠੀਕ ਹੈ, ਅੱਛਾ, ਤੇ ਸਾਨੂੰ ਕੋਈ ਆਪਣੀ ਸ਼ਾਇਰੀ ਸੁਣਾਓ। ਇਹਦਾ ਸਰਨਾਮਾ ਹੈ ਜੀ ਪਰਤ ਜੀ। ਸਾਵੀ ਸੇਜ ਸਜਾਈ, ਹੇਠਾਂ ਜੰਮੇ ਜਮ ਕਾਈ, ਘੁੰਗਰੂ ਪੈਰ 'ਚ ਖੱਤੇ, ਹੱਥਾਂ ਕਾਲੀ ਮਹਿੰਦੀ ਲਾਈ, ਜ਼ੁਲਫਾਂ ਮਣ ਮਿੱਟੀ, ਪਰ ਚਮੜੀ ਰਹਿ ਗਈ ਚਿੱਟੀ।
ਵਾਹ ਵਾਹ ਸਾਵੀ ਸਾਵੀ ਸੇਜ ਸਜਾਈ ਹੇਠਾਂ ਜੰਮੇ ਜਮ ਜਮ ਕਾਈ ਘੁੰਗਰੂ ਪੈਰ ਵਿੱਚ ਖੱਤੇ ਹੱਥਾਂ ਕਾਲੀ ਮਹਿੰਦੀ ਲਾਈ ਜ਼ੁਲਫਾਂ ਮਣ ਮਣ ਮਿੱਟੀ ਪਰ ਚਮੜੀ ਰਹਿ ਗਈ ਚਿੱਟੀ ਭਰੀ ਜਵਾਨੀ ਅੰਦਰ ਰਹਿ ਗਈ ਜਾ ਤੱਕ ਰਹਿ ਗਏ ਜੁੱਸੇ ਆਂਡ ਗਵਾਂਡ ਕਹਿਰ ਪਿਆ ਵਸੇ ਕਿਵੇਂ ਕੈਦੀ ਰਹਿ ਗਏ ਸੁੱਤੇ ਕਿਹੜਾ ਸਾਡੀ ਖਬਰ ਲਵੇ ਅਤੇ ਕਿਹੜਾ ਮੈਨੇ ਭੁੱਖ ਕਿਹੜਾ ਸਾਡੀ ਖਬਰ ਲਵੇ ਅਤੇ ਕਿਹੜਾ ਮੈਨੇ ਭੁੱਖ ਹੱਸਦੇ ਹੱਸਦੇ ਬਾਹਮਣ ਲੱਗੀਏ ਸ਼ੂਦਰਾਂ ਜਏ ਨੇ ਦੁੱਖ ਖਸ਼ਤਰੀ ਵਾਂਗੇ ਕਾਵੜ ਸਾਡੀ ਵੇਸ਼ਾਂ ਵਾਂਗਰ ਥੁੱਕ। ਵਾਹ ਵਾਹ ਵਾਹ, ਇਹ ਤਾਂ ਉਸੇ ਲਿਖਿਆ ਜੀ ਜੀ ਮੇਰੇ ਇੰਨਾ ਸੋਹਣਾ ਕੀ ਬਾਤ। ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਅਸੀਂ ਵੇਖਦੇ ਹਾਂ ਕਿ ਪੰਜਾਬੀ ਥੋੜ੍ਹੇ ਜਿਹੇ ਬਹੁਤ ਸਾਰੀ ਚੀਜ਼ਾਂ 'ਚ ਪਿੱਛੇ ਰਹਿ ਗਏ ਨੇ, ਤੁਸੀਂ ਕੀ ਸਮਝਦੇ ਹੋ ਕਿੱਥੇ ਸਾਡੇ ਕੋਲ ਕੋਤਾਹੀ ਹੋਈ ਹੈ? ਮਤਲਬ ਕੁਐਸਚਨ ਨੇ ਪਹਿਲੇ ਇਹਨੂੰ ਜ਼ਰਾ ਇਹਨੂੰ ਸਬ ਸੈਕਸ਼ਨ 'ਚ ਡਿਵਾਈਡ ਕਰ ਲਓ ਤੇ ਬਿਹਤਰ ਹੈ। ਮਤਲਬ ਪੰਜਾਬੀ ਕਈ ਜਗ੍ਹਾ ਕਈ ਪਾਸਿਓਂ ਪਿੱਛੇ ਰਹਿ ਗਏ ਨੇ, ਉਹ ਸਬ ਸੈਕਸ਼ਨ ਕੀ ਨੇ? ਮਤਲਬ ਸਾਡੀ ਜ਼ਬਾਨ ਜਿਹੜੀ ਹੈ ਜ਼ੁਬਾਨ ਦੀ ਤਰਵੀਜ ਦੇ ਹਵਾਲੇ ਜੀ, ਅਸੀਂ ਨਿਊ ਜਨਰੇਸ਼ਨ ਨੂੰ ਨਹੀਂ ਬੋਲਣਾ ਪਸੰਦ ਕਰਦੀ, ਸਾਡੀ ਨਿਊ ਜਨਰੇਸ਼ਨ ਪੰਜਾਬ 'ਚ ਰਹਿੰਦੀ ਹੈ ਲੇਕਿਨ ਉਹ ਫੀਲ ਕਰਦੀ ਹੈ ਕਿ ਕਲਾਸ ਨਹੀਂ ਜੀ। ਇਹ ਲੋਕ ਇਹਨਾਂ ਲੋਕਾਂ ਨੂੰ ਆਪਣੀ ਪਹਿਲੀ ਗੱਲ ਹੈ ਸੈਲਫ ਆਈਡੈਂਟੀਫਿਕੇਸ਼ਨ ਤੇ ਡਾਊਟ ਹੈ। ਟਰੂ, ਕੀ ਬਾਤ ਹੈ, ਜ਼ਬਰਦਸਤ, ਬਹੁਤ ਸਹੀ। ਔਰ ਜਿਹਨੂੰ ਪਤਾ ਹੈ ਔਰ ਉਹ ਤੋਂ ਡੈਵੀਏਟ ਕਰ ਰਿਹਾ ਹੈ, ਉਹ ਸ਼ਨਾਖਤ ਨੂੰ ਜਾਣਦਿਆਂ ਹੋਇਆ ਜੀ ਤੇ ਉਹਨੂੰ ਮਾਣ ਨਹੀਂ। ਹਾਲਾਂਕਿ ਮੈਂ ਤੁਹਾਨੂੰ ਇੱਕ ਪ੍ਰੋਗਰਾਮ ਸ਼ੁਰੂ ਹੋਇਆ ਸੀ, ਤੁਹਾਡੇ ਪ੍ਰੋਗਰਾਮ ਦੇ ਤਵੱਸੁਤ ਨਾਲ ਹੀ ਦੱਸਣਾ ਚਾਹਾਂਗਾ ਕਿ ਦੁਨੀਆ ਦੀ ਸਭ ਨਾਲੋਂ ਪੁਰਾਣੀ ਤਹਿਜ਼ੀਬ ਗੱਲ ਹੈ ਤਹਿਜ਼ੀਬ ਦੀ। ਹੁਣ ਤਹਿਜ਼ੀਬ ਇਟਸੈਲਫ ਕੀ ਹੁੰਦੀ ਹੈ? ਕਈ ਕਲਚਰਸ ਦਾ ਬਲੈਂਡ ਹੁੰਦੀ ਹੈ, ਔਰ ਸਿਰਫ ਬਲੈਂਡ ਨਹੀਂ ਹੁੰਦੀ, ਇਹ ਬੜੇ ਹਾਰਮੋਨਾਈਜ਼ਡ ਵੇ ਨਾਲ ਜਿਹੜੇ ਰਹਿਣ ਲੱਗ ਜਾਣ ਉਹ ਤਹਿਜ਼ੀਬ ਵੱਲ ਆਉਂਦੇ। ਤਹਿਜ਼ੀਬ ਬਣਦੀ ਬਿਲਕੁਲ। ਹੁਣ ਕਲਚਰ ਕੀ ਹੈ? ਉਹ ਨੰਬਰ ਆਫ ਪੋਪੂਲੇਸ਼ਨਸ ਦਾ ਇਕੱਠੇ ਰਹਿਣਾ ਔਰ ਬੜੇ ਹਾਰਮੋਨਸ ਔਰ ਲੀਗਲ ਐਂਡ ਕਨਸਟੀਟਿਊਸ਼ਨਲ ਵੇ ਨਾਲ ਰਹਿਣਾ। ਇਹਨੂੰ ਕਹਿੰਦੇ ਨੇ ਟੀਚਰ ਵੇਖਿਆ ਬੱਚਿਆਂ ਨੂੰ ਸਮਝਾ ਰਹੇ ਨੇ ਕੀ ਹੈ। ਹੁਣ ਫਿਰ ਪੋਪੂਲੇਸ਼ਨ ਕੀ ਹੈ? ਪੋਪੂਲੇਸ਼ਨ ਤੁਹਾਡੇ ਮੇਰੇ ਵਰਗੇ ਜੀ ਇਕੱਠੇ ਹੁੰਦੇ ਤੇ ਬਣਾਉਣ ਲੱਗ ਜਾਂਦੇ। ਹੁਣ ਕਿਆ ਤੁਸੀਂ ਸਮਝਦੇ ਹੋ ਕਿ ਆਈਡੈਂਟੀਟੀ ਕ੍ਰਾਈਸਿਸ ਨੂੰ ਐਡਰੈਸ ਕੀਤਾ ਗਿਆ ਹੈ? ਹੁਣ ਗੱਲ ਹੈ ਆਈਡੈਂਟੀਫਿਕੇਸ਼ਨ। ਆਈਦਰ ਮੈਂ ਬਲੱਡ ਦੀ ਗੱਲ ਨਹੀਂ ਕਰਦਾ, ਕਿਆ ਤੁਹਾਨੂੰ ਤੁਹਾਡੇ ਕਲਚਰ ਦਾ ਆਈਡੀਆ ਹੈ, ਕਲਚਰ ਰਿਚਨੈਸ ਦਾ ਆਈਡੀਆ ਹੈ? ਇਹ ਉਹੀ ਕਲਚਰ ਸੀ ਜਿਹਨੇ ਆਰੀਆ ਨੂੰ ਵੀ ਆਪਣਾ ਬਣਾ ਲਿਆ। ਕੀ ਬਾਤ, ਬਿਲਕੁਲ। ਇਹ ਪਤਾ ਤੁਸੀਂ ਉਹ ਵਿਦਾ ਨੂੰ ਪੜ੍ਹ ਕੇ ਦੇਖ ਲਓ, ਇਹ ਡ੍ਰੈਵਿਡੀਅਨ ਬੜੀ ਰੈਜ਼ੀਲੀਐਂਟ ਕੌਮ ਵੀ ਸੀ। ਉਹ ਰੈਜ਼ੀਲੀਅੰਸ ਦੇ ਬਾਵਜੂਦ ਉਹਨਾਂ ਨੇ ਬੜੇ ਤਗੜੇ ਲੋਕਾਂ ਨਾਲ ਰਲਤ ਵੀ ਕੀਤੀ, ਹਾਈਬ੍ਰਿਡਾਈਜ਼ਡ ਰੇਸਿਸ ਨੂੰ ਵੀ ਬਣਾਇਆ ਔਰ ਹਾਰਮੋਨਸ ਵੇ ਨਾਲ ਜਿਉਂਦੇ ਵੀ ਰਹੇ। ਤੇ ਹੁਣ ਇਸ ਪੰਜਾਬੀ ਨੂੰ ਆਪਣੀ ਮਾਣ ਕਿਉਂ ਨਹੀਂ ਹੁੰਦਾ ਇੰਡਸ ਸਿਵਲਾਈਜੇਸ਼ਨ, ਆਪਣੀ ਜ਼ਬਾਨ ਤੇ ਆ ਇੰਡਸ ਸਿਵਲਾਈਜੇਸ਼ਨ ਤੇ ਮਾਣ ਕਿਉਂ ਨਹੀਂ ਹੁੰਦਾ? ਮੈਂ ਤੁਹਾਨੂੰ ਕਿਹਾ ਕਿ ਉਹ ਲੋਕ ਨੇ ਜਿਹੜੇ 4000 ਪਿੱਛੇ ਵੀ ਇੰਟਰਨੈਸ਼ਨਲ ਕਮੋਡਿਟੀ ਦਾ ਟ੍ਰੇਡ ਕਰ ਰਹੇ ਸਨ ਔਰ ਬਾਏ ਨੇਚਰ ਇਹ ਬੜੇ ਹੱਸਣ ਖੇਡਣ ਵਾਲੀ ਕੌਮ ਹੈ, ਬੜੀ ਇੰਜੋਏ ਕਰਨ ਵਾਲੀ ਕੌਮ ਹੈ। ਇਹ ਕਿਤਾਬਾਂ 'ਚ ਮੈਂ ਨਹੀਂ ਕਹਿ ਰਿਹਾ, ਉਹਨਾਂ ਦੀ ਵਿਧਾ ਕਹਿ ਰਹੀ ਹੈ ਕਿ ਇਹ ਬੜੇ ਲੋਕ ਪੀਵਣ ਵਾਲੇ, ਖਾਵਣ ਵਾਲੇ, ਨੱਚਣ ਗਾਵਣ ਵਾਲੇ ਲੋਕ ਸਨ, ਇੰਜੋਏ ਕਰਨ ਵਾਲੇ ਲੋਕ ਸਨ। ਹੁਣ ਇਹ ਹੈ ਕਿ ਆਈਡੈਂਟੀਟੀ ਕ੍ਰਾਈਸਿਸ ਤੋਂ ਬਾਹਰ ਆਉਣਾ ਪੈਣਾ ਹੈ। ਆਈਡੈਂਟੀਫਿਕੇਸ਼ਨ ਕਈ ਬੰਦਿਆਂ ਨੂੰ 40-40, 42-42, 52 ਸਾਲ ਤੱਕ ਇਹ ਮਰਜ਼ ਚਿੰਬੜਿਆ ਹੋਇਆ ਹੈ। ਵਨ ਸ਼ੁੱਡ ਨੋ ਅਬਾਊਟ ਹਿਮਸੈਲਫ। ਉਹ ਮੈਨੂੰ ਨੁਸਰਤ ਸਦੀਕੀ ਦਾ ਉਰਦੂ ਦਾ ਸ਼ੇਰ ਯਾਦ ਆ ਗਿਆ। ਉਹ ਕਹਿੰਦਾ ਹੈ ਕਿ ਇੱਕ ਜ਼ੁਲਮ ਕਰਤਾ ਹੈ, एक जुल्म सहता है, वाह, आपका ताल्लुक है कौन से घराने से? क्या बात है, करने वालों में से या सहने वालों? Define yourself. At least one should define himself or herself. Exactly. ਕਿਉਂ ਹੈ ਕੀ? ਅਸੀਂ ਵੇਖਦੇ ਹਾਂ ਕਿ ਜਿਹੜੀ ਈਵਨ ਸਾਡੇ ਵੱਡੇ ਬਜ਼ੁਰਗ ਸਨ ਉਹ ਪੰਜਾਬੀ 'ਚ ਗੱਲ ਕਰਦੇ ਸਨ, ਉਹ ਪੰਜਾਬੀ ਕਲਚਰ ਨਾਲ ਬਹੁਤ ਪਿਆਰ ਕਰਦੇ ਸਨ। ਹੁਣ ਇਹਦੀ ਵਜ੍ਹਾ ਤੋਂ ਅਸੀਂ ਵੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਵੀ ਸਾਡਾ ਪੰਜਾਬੀ ਕਲਚਰ ਨਾ ਪੈਦ ਹੁੰਦਾ ਜਾ ਰਿਹਾ। ਮਤਲਬ ਅਸੀਂ ਬਿਲਕੁਲ ਜਿਹੜੀ ਸਾਡੀ ਇੱਕ ਸਕਾਫਤ ਸੀ ਉਹ ਖਤਮ ਹੋ ਰਹੀ ਹੈ। ਲਿਬਾਸ ਦੀ ਵੀ ਤੁਸੀਂ ਗੱਲ ਕਰ ਲਓ, ਲਿਬਾਸ ਬਹੁਤ ਤਬਦੀਲ ਹੋ ਗਿਆ ਜੀ। ਅਸੀਂ ਵੈਸਟ ਨੂੰ ਕਿਉਂ ਇੰਨਾ ਫੋਲੋ ਕਰ ਰਹੇ ਹਾਂ? ਇਹ ਗੱਲ ਪਹਿਲਾ ਕੁਐਸਚਨ ਦਾ ਮੈਂ ਥੋੜਾ ਆਨਸਰ ਦਿਆਂਗਾ। ਵੈਸਟ ਨੂੰ ਫੋਲੋ ਕਰਨਾ ਤਾਂ ਤੁਹਾਡੀ ਮਜਬੂਰੀ ਬਣ ਗਈ। ਉਹ ਜਿਹੜੇ ਲੋਕ ਆਪਣੇ ਐਥੀਕਲ ਕੋਡਸ ਡਿਫਾਈਨ ਨਹੀਂ ਕਰਦੇ ਤੇ ਉਹਨਾਂ ਨੂੰ ਐਥਿਕਸ ਵੀ ਬਾਹਰੋਂ ਹੀ ਮਿਲਦੇ ਆ, ਫਿਰ ਦੂਜਿਆਂ ਨੂੰ ਵੇਖਣਾ ਪੈਂਦਾ, ਮਿਲਣਾ ਹੀ ਬਾਹਰੋਂ ਹੈ ਤੁਹਾਨੂੰ। ਅੱਛਾ, ਹੁਣ ਇਹ ਇੰਪੋਰਟੈਂਟ ਗੱਲ ਹੈ ਤੁਹਾਡੀ ਕਿ ਬਈ ਇਹ ਕੁਜ਼ੀਨ ਵੀ ਸਾਡਾ ਬਦਲ ਰਿਹਾ, ਸਾਡੇ ਲਿਬਾਸ ਵੀ ਬਦਲ ਰਿਹਾ,
ਮਤਲਬ we are moving towards the fast foods ਯੈਸ and even ਖਾਣੇ we ਪੀਣੇ we ਸਾਡੀ love new to wear generation a different dress. ਸਾਡੀ ਜਿਹੜੀ ਜਨਰੇਸ਼ਨ ਹੈ ਉਹ ਮਤਲਬ ਹੁਣ ਮੈਂ ਅਗਰ ਸਾਗ ਖਾਂਦੀ ਹਾਂ ਤੇ ਮੇਰੀ ਜਨਰੇਸ਼ਨ ਦੇ ਜਿਹੜੇ ਮੇਰੇ ਕਜ਼ਨਸ ਨਹੀਂ ਖੈਰ ਮਤਲਬ ਸਮਝ ਲਓ ਮੇਰੇ ਭੈਣ ਭਰਾ ਨਹੀਂ ਖਾਂਦੇ ਬਹੁਤ ਸਾਰੇ। ਇਹਦਾ ਜਵਾਬ ਇਹੀ ਹੈ ਕਿ ਇੱਕ ਟ੍ਰਾਂਜੀਸ਼ਨ ਹੈ। ਟ੍ਰਾਂਜੀਸ਼ਨ ਹਰ ਡਿਵੈਲਪਿੰਗ ਕੌਮ ਨੂੰ ਬੇਅਰ ਕਰਨੀ ਪੈਂਦੀ ਹੈ। ਆਈਦਰ ਤੁਸੀਂ ਜਾਂ ਤਾਂ ਡਿਵੈਲਪਡ ਕਲੇਮ ਕਰੋ, ਬਦਕਿਸਮਤ ਮੁਆਸ਼ਰਾ ਹੈ ਕਿਉਂਕਿ ਸਿਵਲਾਈਜ਼ਡ ਹੋ ਕੇ ਵੀ ਟ੍ਰਾਂਜੀਸ਼ਨ ਫੇਸ 'ਚ ਗਿਆ। ਹੁਣ ਟ੍ਰਾਂਜੀਸ਼ਨ ਨੂੰ ਖੂਬਸੂਰਤੀ ਵੀ ਲਿੱਤਾ ਜਾ ਸਕਦਾ ਕਿਉਂਕਿ ਡਿਵੈਲਪਡ ਕੌਮ ਤੁਹਾਨੂੰ ਕਈ ਚੀਜ਼ਾਂ ਦੇ ਕੇ ਵੀ ਜਾਂਦੀ ਹੈ। ਮਿਸਾਲ ਤੌਰ 'ਤੇ ਅੱਜ ਦਾ ਡਾਟਾ ਸਾਇੰਸਿਸ ਦਾ ਦੌਰ ਹੈ, IT ਦਾ ਦੌਰ ਹੈ, ਐਂਡ ਆਲ ਲਾਜ਼ ਔਰ ਇਵਨ ਲਾਜ਼ ਵੀ ਸਾਡੇ ਉੱਥੋਂ ਹੀ ਬਾਹਰੋਂ ਦਾਨ ਆ ਰਹੇ ਨੇ, ਜਿਵੇਂ ਹੈਰੈਸਮੈਂਟ ਐਕਟ ਹੈ। ਪ੍ਰੋਬਲਮ ਹੈ ਕਿ ਟ੍ਰਾਂਜੀਸ਼ਨ ਨੂੰ ਖੂਬਸੂਰਤੀ ਨਾਲ ਤੁਸੀਂ ਜੇ ਆਪਣੇ ਕੋਡ ਡਿਫਾਈਨ ਕਰ ਲਓ ਤੇ ਟ੍ਰਾਂਜੀਸ਼ਨ ਤੁਹਾਨੂੰ ਕੁਝ ਨਹੀਂ ਕਹਿੰਦੀ। ਸਹੀ, ਉਹ ਐਥੀਕਲ ਕੋਡਸ ਤੁਹਾਡੇ ਆਪਣੇ ਹੋਣੇ ਚਾਹੀਦੇ। ਬਿਲਕੁਲ ਸਹੀ ਹੈ। ਮਗਰ ਤੁਸੀਂ ਆ ਮਾਡਰਨ ਸਿੱਖਾਂ ਦੀ ਮੂਵੀ ਦੇਖ ਲਓਗੇ ਕਿਉਂਕਿ ਤੁਹਾਡੇ ਨਾਲ ਮੇਲ ਖਾਂਦਾ ਇਹਦਾ, ਸਾਨੂੰ ਚੰਗੇ ਲੱਗਦੇ ਨੇ, ਡਾਇਲੈਕਟ ਮੇਲ ਖਾਂਦਾ ਤੁਹਾਡੇ ਨਾਲ। ਮੈਂ ਤੇ ਇਹਦੇ ਛੱਡਦੇ ਪੰਜਾਬ ਵਾਲੇ ਔਰ ਸਿੱਖ ਭਰਾਵਾਂ ਨੂੰ ਬਹੁਤ ਜ਼ਿਆਦਾ ਟ੍ਰਿਬਿਊਟ ਪੇਸ਼ ਕਰਾਂਗੀ ਕਿ ਆਪਣੀ ਜ਼ਬਾਨ ਨੂੰ ਬਹੁਤ ਇੰਪੋਰਟੈਂਸ ਦਿੰਦੇ ਨੇ। ਟ੍ਰਿਬਿਊਟ ਬਣਦਾ ਉਹ ਆਪਣੀ ਜ਼ਬਾਨ ਨੂੰ, ਦੇ ਬੱਚਾ ਜਿੱਥੇ ਮਰਜ਼ੀ ਬੈਠੇ ਹੋਣ ਜਾਂ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ, ਅਗਰ ਉਹ ਬਾਹਰ ਵੀ ਬੈਠੇ ਨੇ ਤੇ ਪੰਜਾਬੀ ਵੀ ਉਹਨਾਂ ਦੇ ਬੱਚੇ ਨੂੰ ਉਂਝ ਆਉਂਦੀ ਹੈ। ਬਿਲਕੁਲ ਸਹੀ ਕਹਿ ਰਹੇ। ਹਾਂ, ਤੇ ਸਾਡੇ ਬੱਚਿਆਂ ਨੂੰ ਪੁੱਛ ਲਓ, ਸਾਡੇ ਜਿਹੜੇ ਬਾਹਰ ਹੋਣਗੇ ਮੋਸਟਲੀ ਉਹਨਾਂ ਦਾ ਇਹ ਮਸਲਾ ਹੋਏਗਾ। ਨੋ ਆਫੈਂਸ, ਕਿਸੇ ਮਤਲਬ ਆਪਣੇ ਰਿਲੇਟਿਵ ਦੀ ਗੱਲ ਨਹੀਂ ਕਰ ਰਹੀ, ਓਵਰਆਲ ਮੈਂ ਨੋਟਿਸ ਕੀਤਾ ਕਿ ਪੰਜਾਬੀ ਨਹੀਂ ਆਉਂਦੀ ਹੋਏਗੀ ਲੇਕਿਨ ਅੰਗਰੇਜ਼ੀ ਆਉਂਦੀ ਹੋਏਗੀ। ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਦੇਖੋ, ਅਸੀਂ ਐਸਾ ਹੱਕ 'ਚ ਬਿਲਕੁਲ ਨਹੀਂ ਕਿ ਅੰਗਰੇਜ਼ੀ ਨਾ ਆਏ, ਅੰਗਰੇਜ਼ੀ ਆਣੀ ਚਾਹੀਦੀ ਹੈ। ਅੰਗਰੇਜ਼ੀ ਵੀ ਆਏ, ਜਰਮਨ ਵੀ ਆਏ, ਫਰਾਂਸ ਵੀ ਆਏ, ਹਾਂ, ਜਿਹੜੀ ਮਰਜ਼ੀ ਜ਼ਬਾਨ ਸਿੱਖੋ ਲੇਕਿਨ ਆਪਣੀ ਜ਼ਬਾਨ ਤੇ ਸਿਖਾਓ ਨਾ। ਮੈਂ ਤੇ ਮੇਰੀ ਬੇਟੀ, ਮੈਂ ਬਹੁਤ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਪੰਜਾਬੀ, ਮੈਂ ਉਹਦੇ ਨਾਲ ਪੰਜਾਬੀ 'ਚ ਗੱਲ ਕਰਨੀ, ਉਹਦੇ ਵਾਲਿਦ ਸਾਹਿਬ ਉਹਨਾਂ ਅੰਗਰੇਜ਼ੀ 'ਚ, ਮੈਂ ਪੰਜਾਬੀ 'ਚ। ਮੈਂ ਤੁਹਾਨੂੰ ਨਾਲ ਇੱਕ ਵਾਕਿਆ ਸਾਂਝਾ ਕਰਨਾ ਹੈ। ਮੈਂ ਬਾਇਓ ਸੇਫਟੀ ਦੀ ਟ੍ਰੇਨਿੰਗ ਲੈ ਰਿਹਾ ਸੀ। ਇੱਕ ਜਿਊਇਸ਼ ਸਾਇੰਟਿਸਟ ਹੈ ਕਾਫਮੈਨ, ਸ਼ੌਨ ਕਾਫਮੈਨ, ਉਹਦੇ ਨਾਲ ਮੈਂ ਅਟੈਚ ਸੀ। ਅਸੀਂ ਕੋਈ 15-20 ਦਿਨ ਉਹਦੇ ਨਾਲ ਟ੍ਰੇਨਡ। ਬੜਾ ਇੰਟੈਲੀਜੈਂਟ ਬੰਦਾ, ਅਮਰੀਕਨ ਹੈ। ਅਤੇ ਉਹ ਨਾ, ਮੈਂ ਕਿਤੇ ਪੰਜਾਬੀ ਉਹਨੇ ਮੇਰੀ ਸੁਣੀ, ਮੈਂ ਗੱਲ ਪੰਜਾਬੀ 'ਚ ਕਰ ਰਿਹਾ ਸੀ ਅਤੇ ਉਹਨੇ ਕਿਹਾ, ਉਹਨੇ ਮੈਨੂੰ ਸਾਈਡ 'ਤੇ ਬੁਲਾਇਆ, ਉਹਨੇ ਕਿਹਾ ਯਾਰ ਤੇਰੇ ਅਲਫਾਜ਼ ਨੇ ਨਾ ਬੜੀ ਜਲਦੀ ਖ਼ਤਮ ਹੁੰਦੇ ਨੇ, ਮਤਲਬ ਕੋਈ ਲੈਂਗੁਏਜ ਤੇਰੀ ਐਸੀ ਹੈ ਕਿ ਬੜੀ ਜਲਦੀ ਕਮਿਊਨੀਕੇਟ ਕਰਦਾ ਤੂੰ। ਮਤਲਬ ਅਸੀਂ ਚੀਜ਼ਾਂ ਨੂੰ ਬੜੇ ਲੰਬੇ ਸੈਂਟੈਂਸ ਬਣਾਉਣੇ ਪੈਂਦੇ ਆ ਸਾਨੂੰ। ਅੱਛਾ ਯਾਰ, ਬੜੀ ਜ਼ਬਰਦਸਤ ਗੱਲ ਦੱਸੀ। ਕਹਿੰਦੇ ਯਾਰ ਤੇਰੀ ਲੈਂਗੁਏਜ ਕਿਹੜੀ ਹੈ? ਬੜੀ ਦੋ ਟੋਕ ਲੈਂਗੁਏਜ ਹੈ। ਮੈਂ ਕਿਹਾ ਮੈਂ ਪੰਜਾਬੀ ਬੋਲਣਾ ਹੈ। ਤੋ ਹਾਲਾਂਕਿ ਇਹਦੀ ਕਲਚਰਲ ਡਾਇਵਰਸਿਟੀ ਦੀ ਵਜ੍ਹਾ ਨਾਲ ਇਹ ਇੱਕ ਲਫ਼ਜ਼ ਦੇ ਕਈ ਮਾਨੇ ਵੀ ਨੇ। ਵਕੈਬ ਇਹਦੀ ਇੰਨੀ ਤਗੜੀ ਹੈ। ਹਾਂ, ਐਕਸਪ੍ਰੈਸ਼ਨਲ ਕਿੰਨੀ ਹੈ। ਕੀ ਉਹ ਕਹਿੰਦਾ ਨਾ, ਇੰਡੀਅਨ ਫਿਲਮ ਵੀ ਬਣੀ ਹੈ ਤੇ PK, ਉਹ ਕਹਿੰਦੇ ਕਿਹੜੇ ਗੋਲੇ ਤੇ ਆ ਗਿਆ, ਮੈਨੂੰ ਸਮਝ ਨਹੀਂ ਆਉਂਦੀ, ਇੱਕ ਲਫ਼ਜ਼ ਦੇ 10 ਮਤਲਬ ਨੇ। ਸਾਡਾ ਪੰਜਾਬੀ ਦਾ ਵੀ ਸੀਨ ਹੈ ਇਹ ਕੋਈ, ਬਿਲਕੁਲ ਇੱਕ ਲਫ਼ਜ਼ ਦੇ 10 ਮਤਲਬ ਹੁੰਦੇ ਨੇ। ਕਿ ਉਹ ਕਹਿਣਾ ਕੀ ਚਾਹ ਰਿਹਾ, ਅੱਛਾ ਕੀ, ਉਸ ਲਹਿਜਾ, ਮੇਰੇ ਖਿਆਲ ਨਾਲ ਲਹਿਜਾ ਤੁਹਾਨੂੰ ਦੱਸਦਾ ਕਿ ਇਹ ਇਸ ਗੱਲ ਦਾ ਕੀ ਮਤਲਬ ਕਰ ਰਿਹਾ ਹੈ ਨਾ। ਹਾਂਜੀ, ਇਹ ਤਾਂ ਤੁਹਾਡੇ ਐਕਸਪ੍ਰੈਸ਼ਨ ਨਾਲ ਜੁੜੀ ਹੈ ਨਾ, ਜਿਵੇਂ ਕਿ ਕੀ, ਹਾਂ, ਕੀ, ਉਹ ਜਿਵੇਂ ਐਕਸਪ੍ਰੈਸ਼ਨ ਨਾਲ ਜੁੜੀ ਹੈ। ਅੱਛਾ ਠੀਕ ਹੈ, ਅੱਛਾ ਠੀਕ ਹੈ। ਜ਼ਬਰਦਸਤ ਜੀ, ਬਹੁਤ ਚੰਗਾ ਲੱਗਾ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ। ਔਰ ਇਹ ਬਿਲਕੁਲ ਐਸਾ ਨਹੀਂ ਲੱਗਾ ਕਿ ਮੈਂ ਕਲਾਸ ਲੈ ਰਹੀ ਹਾਂ, ਨਹੀਂ ਤਾਂ ਮੈਂ ਬਹੁਤ ਜਲਦੀ ਬੋਰ ਹੋ ਜਾਣਾ ਸੀ। ਲੇਕਿਨ ਹਾਂ, ਹੁਣ ਬਹੁਤ ਯਾਦ ਆਉਂਦੇ ਨੇ ਆਪਣੇ ਟੀਚਰਸ, ਜਿਨ੍ਹਾਂ ਕੋਲ ਅਸੀਂ ਕਦੀ ਕਦੀ ਹੱਸਨੇ ਹੁੰਦੇ ਸਾਂ, ਬਟ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਛ ਕੀਤਾ। ਅਤੇ ਮੈਨੂੰ ਲੱਗਦਾ ਤੁਸੀਂ ਬਹੁਤ ਜ਼ਬਰਦਸਤ ਕੰਮ ਕਰ ਰਹੇ ਹੋ। ਆਉਣ ਵਾਲੀ ਨਸਲਾਂ ਦਾ ਤੁਸੀਂ ਫਿਊਚਰ ਜਿਹੜਾ ਨਾ ਸਿਕਿਓਰ ਕਰ ਰਹੇ ਹੋ, ਇਸ ਸੂਰਤ 'ਚ ਕਿ ਅੰਗਰੇਜ਼ੀ ਤੁਹਾਡੀ ਹੈ ਹੀ ਚੰਗੀ ਹੈ ਔਰ ਉਰਦੂ ਵੀ ਮਾਸ਼ਾਅੱਲਾ ਬਹੁਤ ਅੱਛੀ ਹੈ, ਔਰ ਪੰਜਾਬੀ ਤੁਸੀਂ ਇੰਨੀ ਖਾਲਸ ਪੰਜਾਬੀ 'ਚ ਸ਼ਾਇਰੀ ਕਰ ਰਹੇ ਹੋ। ਆਈ ਡੋਂਟ ਨੋ, ਤੁਹਾਡੀ ਜਨਰੇਸ਼ਨ 'ਚ ਮੈਂ ਨਹੀਂ ਵੇਖਿਆ ਕਿਸੇ ਨੂੰ ਇੰਨਾ ਖਾਲਸ ਪੰਜਾਬੀ ਬੋਲਦੇ ਆ। ਆਉਣ ਵਾਲੀ ਨਸਲਾਂ ਵੀ ਜਦੋਂ ਇਹ ਵੇਖਣਗੀਆਂ, ਅਸੀਂ ਵੀ ਵੇਖਣ ਦੇ ਹਾਂ, ਅਤੇ ਮਜ਼ੀਦ ਨੌਲੇਜ ਮਿਲਦਾ ਹੈ। ਵੇਖਣ ਵਾਲੇ ਵੀ ਇਹ ਤੋਂ ਬਹੁਤ ਮਹਿਜ਼ੂਜ਼ ਹੋਏ ਹੋਣੇ ਨੇ ਕਿ ਜ਼ਬਰਦਸਤ ਤਰੀਕੇ ਨਾਲ ਤੁਸੀਂ ਆਪਣੀ ਪੰਜਾਬੀ ਜਿਹੜੀ ਹੈ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਹੋ। ਹਾਲਾਂਕਿ ਤੁਸੀਂ ਸਾਇੰਟਿਸਟ ਹੋ, ਅਸੀਂ ਇਸ ਬਾਰੇ 'ਚ ਗੱਲ ਹੀ ਨਹੀਂ ਕੀਤੀ ਕਿਉਂਕਿ ਸਾਡਾ ਰੁਝਾਨ ਹੀ ਪੰਜਾਬੀ ਵੱਲ ਸੀ। ਸਾਨੂੰ ਪਤਾ ਤੁਸੀਂ ਸਾਇੰਟਿਸਟ ਹੋ, ਤੁਸੀਂ ਕੀ ਕਰਦੇ ਹੋ, ਕਿਉਂ ਕਰਦੇ ਹੋ। ਸਾਡਾ ਇਸ ਟਾਈਮ ਪੰਜਾਬੀ ਦਾ ਰੁਝਾਨ ਹੈ। ਅਸੀਂ ਚਾਹੁੰਦੇ ਹਾਂ ਕਿ ਗੱਲ ਹੀ ਮਾਂ ਬੋਲੀ ਦੀ ਹੋਏ, ਗੱਲ ਹੀ ਪੰਜਾਬ ਦੀ ਹੋਏ, ਪਾਕਿਸਤਾਨ ਦੀ ਗੱਲ ਹੋਵੇ ਔਰ ਆਪਣੇ ਕਲਚਰ ਦੀ ਗੱਲ ਹੋਵੇ। ਆਪਣੇ ਜੋ ਸਾਡੇ ਕਲਚਰ 'ਚ ਮੁਹੱਬਤ ਸੀ, ਪਿਆਰ ਸੀ, ਇੱਕ ਮਾਣ ਸੀ, ਉਹ ਚੱਲਦਾ ਰਹੇ। ਔਰ ਬਹੁਤ ਸਾਰੇ ਲੋਕ ਨੇ ਜਿਹੜੇ ਉਹਨੂੰ ਲੈ ਕੇ ਚੱਲ ਰਹੇ ਨੇ, ਜਿਸ ਤਰ੍ਹਾਂ ਤੁਸੀਂ ਆਪਣੇ ਵਾਲਿਦ ਸਾਹਿਬ ਦੀ ਲੈਗੇਸੀ ਨੂੰ ਲੈ ਕੇ ਚੱਲਣ ਡੇ ਹੋ। ਆਈ ਐਮ ਸ਼ੋਰ ਅਗਰ ਤੁਹਾਡੀ ਔਲਾਦ ਤੁਹਾਡੀ ਲੈਗੇਸੀ ਨੂੰ ਲੈ ਕੇ ਚੱਲੇਗੀ ਔਰ ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਥੈਂਕ ਯੂ ਸੋ ਮਚ। ਥੈਂਕ ਯੂ ਸ਼ਹਿਰਬਾਨੋ ਨੂੰ ਵਕਤ ਦੇਣ ਵਾਸਤੇ ਤੇ ਸਾਡੇ ਸੁਣੋ ਮੈਂ ਪੰਜਾਬ ਜੇ ਇਜਾਜ਼ਤ ਦਿਓ ਤੇ ਮੈਂ ਇਹ ਤੁਹਾਡੇ ਆਖਰੀ ਕੁਐਸਚਨ ਨੂੰ ਸਮ ਅਪ ਕਰਕੇ ਤੇ ਇੱਕ ਨਜ਼ਮ ਮੀਰ ਸਾਹਿਬ ਦੀ ਉਹਨਾਂ ਉਸ ਤੋਂ ਮੈਂ
ਇਖਤਤਾਮ ਕਰਾਂਗਾ। ਪਲੀਜ਼। ਪਹਿਲੀ ਤਾਂ ਮੇਰੀ ਵਿਸ਼ ਇਹੀ ਹੈ ਕਿ ਮੇਰੀ ਸਾਇੰਸ ਵੀ ਆਮ ਲੋਕਾਂ ਦੀ ਵਰਤੋਂ 'ਚ ਆਏ ਕੀ ਬਾਤ। ਔਰ ਇਹ ਪੰਜਾਬੀ 'ਚ ਹੋਏ। ਮੈਂ ਇਹਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ, ਡਰਾਮਾਟਾਈਜ਼ ਮੈਂ ਕਰਦਾ ਸਾਇੰਸ ਨੂੰ, ਅੱਛਾ। ਔਰ ਆਪਣੀ ਲੋਕਲ ਲੈਂਗੁਏਜ ਦੇ ਅੰਦਰ ਹੀ ਕਰਦਾ। ਹੂੰ। ਤੇ ਮੀਰ ਸਾਹਿਬ ਦੀ ਇੱਕ ਨਜ਼ਮ ਤੋਂ ਇਸ ਸੈਸ਼ਨ ਦਾ ਇਖਤਤਾਮ ਕਰਦੇ ਹਾਂ ਜੀ। ਸਰਨਾਮਾ ਹੈ ਮਾਰੂ ਥਲ ਤੋਂ ਆਏ ਪਿਓ ਪੁੱਤ, ਸ਼ਹਿਰ ਲਾਹੌਰ ਵਿੱਚ ਭੋਂਦੇ ਹੋਏ। ਹੂੰ। ਨਜ਼ਮ ਸੁਣੋ। ਮਾਰੂ ਬੱਚਿਆ ਕਿਹੜੇ ਸ਼ਹਿਰ ਵਿੱਚ ਆ ਗਏ ਆ, ਜਿੱਥੇ ਲੋਹਾ ਚੱਟਦਾ ਤੇਲ, ਵਾਹ। ਪੈਰ ਉਠਵਾ ਤੇ ਚੜ੍ਹਦੇ, ਝਟ ਕੁ ਪਹਿਲਾਂ ਗਲੀ ਖਬਰ ਸਮੰਦਰ ਲੰਘ ਗਈ, ਤਾਂ ਤੇ ਆਏ ਸ਼ਹਿਰ ਵਿੱਚ ਜੱਤ ਸਤ ਕਿਵੇਂ ਸਲਾਮਤ ਰੱਖੀਏ। ਵਾਹ ਵਾਹ। ਮਾਰੂ ਬੱਚਿਆ ਅਜਬ ਮਕਾਨ ਹੈ, ਛੱਤ ਨਹੀਂ ਕਿਸੇ ਮਕਾਨ ਦੀ, ਪੈਰਾਂ ਹੇਠ ਜ਼ਮੀਨ ਕੋਈ ਨਹੀਂ, ਵਾਹ ਵਾਹ। ਨਾ ਕੋਈ ਸ਼ਕਲ ਅਸਮਾਂ ਦੀ, ਗਮਲੇ ਅੰਦਰ ਬਾਗ ਬਗੀਚੇ, ਫਸਲ ਛਾਪਰ ਵਿੱਚ ਧਾਨ ਦੀ, ਕਿਹੜੇ ਸ਼ਹਿਰ ਵਿੱਚ ਆ ਗਏ ਆ। ਕੈਦ ਬੁਰਾਕ ਤਬੇਲੇ ਅੰਦਰ, ਨਾ ਕੋਈ ਰਾਤ ਵਸਲ ਦੀ, ਦੋਵੇਂ ਨੀਤ ਨਮਾਜ਼ ਲਈਏ, ਚੁੱਪ ਕਰਕੇ ਸ਼ੁਕਰ ਨਫਲ ਦੀ, ਕਿਹੜੇ ਸ਼ਹਿਰ ਵਿੱਚ ਆ ਗਏ ਆ। ਸਾਵੀ ਸੱਪ ਦੀ ਅੱਖ ਵਰਗੀ, ਕੋਈ ਲਾਲ ਗੁਲਾਲ ਬਲੇ, ਸਾਰੀ ਸੜਕ ਨੂੰ ਖੰਭ ਲੱਗ ਗਏ, ਅਸਾਂ ਫਰਸ਼ ਤੇ ਪੈਰ ਮਲੇ। ਮਾਰੂ ਬੱਚਿਆ ਕੁੱਲ ਆਲਮ ਦੀ ਖਬਰ ਮਿਲੇ, ਪਰ ਆਪਣੀ ਖਬਰ ਨਾ ਕੋ, ਨਾ ਦਰਗਾਹ ਤੇ ਰੱਬ ਮਿਲਿਆ, ਨਾ ਥਈਆ ਥਈਆ ਹੋ। ਵਾਹ ਵਾਹ। ਤੇ ਮਰ ਮਰ ਇੱਕ ਬਣਾਵਣ ਸ਼ੀਸ਼ਾ, ਮਾਰ ਵਟਾ ਇੱਕ ਭਾਂਦੇ, ਵਿੱਚ ਸਮੰਦਰ ਰੋੜ ਆਈਏ, ਆ ਟੋਟੇ ਕਰਕੇ ਚੰਦੇ। ਮਾਰੂ ਬੱਚਿਆ ਨਾ ਆਪਾਂ ਰੰਗਪੁਰ ਵਾਲੇ ਖੇੜੇ, ਨਾ ਆਪਾਂ ਵਗ ਨਾ ਚੋਰ, ਅੱਖ ਵਿੱਚ ਤੂਰ ਜ਼ਹੂਰ ਫੇਰੀਏ, ਜ਼ਮ ਜ਼ਮ ਨਾਲ ਟਕੋਰ, ਆਪਾਂ ਪਿਛਲਾ ਯੁੱਗ ਵੀ ਆ ਤੇ ਅੱਜ ਵੀ ਨਵੇਂ ਨਕੋਰ। ਮਾਰੂ ਬੱਚਿਆ ਕਿਹੜੇ ਸ਼ਹਿਰ ਵਿੱਚ ਆ ਗਏ ਆ, ਜਿੱਥੇ ਲੋਹਾ ਚੱਟਦਾ ਤੇਲ, ਪੈਰ ਉਠਵਾ ਤੇ ਚੜ੍ਹਦੇ। ਬਹੁਤ ਸ਼ੁਕਰੀਆ। ਜ਼ਬਰਦਸਤ ਜੀ, ਜ਼ਬਰਦਸਤ, ਕਮਾਲ, ਕਿਆ ਬਾਤ ਹੈ। ਬਾਕੀ ਮੈਨੂੰ ਤਾਂ ਲੱਗਦਾ ਕਿ ਇਹ ਤੁਹਾਨੂੰ ਲੈਗੇਸੀ ਨੂੰ 100% ਲੈ ਕੇ ਚੱਲਣਾ ਚਾਹੀਦਾ। ਜਿੰਨਾ ਖੂਬਸੂਰਤ ਇੱਕ ਇੱਕ ਲਫ਼ਜ਼ ਲਿਖਿਆ ਔਰ ਉਹਨੂੰ ਸਮਝਣਾ, ਫਿਰ ਉਹਨਾਂ ਨੇ ਇਸ ਨਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਤਰਫ ਇਸ਼ਾਰਾ ਕੀਤਾ, ਅਗਰ ਇਨਸਾਨ ਸਮਝਣਾ ਚਾਹੀਦਾ। ਹਾਂ ਜੀ, ਇਹ ਤੇ ਕਲੈਸ਼ ਆਫ ਸਿਵਲਾਈਜੇਸ਼ਨ। ਕਮਾਲ ਕਮਾਲ, ਕਿਆ ਬਾਤ ਹੈ। ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਕਿ ਉਹਨਾਂ ਦੀ ਇਹ ਕਿਤਾਬ ਜਿਹੜੀ ਹੈ ਨਾ, ਇਹ ਤੁਸੀਂ ਦੁਨੀਆ ਨੂੰ ਦਿੱਤੀ ਹੈ ਕਿ ਉਹ ਪੜ੍ਹਨ ਔਰ ਜਾਣਨ ਕਿ ਬਹੁਤ ਸਾਰੇ ਐਸੇ ਲੈਜੈਂਡਸ ਵੀ ਸਨ ਜਿਹੜੇ ਟੁਰ ਗਏ ਨੇ, ਲੇਕਿਨ ਉਹ ਪੰਜਾਬ ਵਾਸਤੇ ਬਹੁਤ ਕੁਛ ਕਰ ਗਏ। ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਮਦਦ ਕੀਤਾ। ਡਾਕਟਰ ਸਾਹਿਬ, ਔਰ ਗੱਲ ਪੰਜਾਬੀ 'ਚ ਹੋਈ ਇਹ ਜਾਣ ਕੇ ਹੋਰ ਬੜੀ ਖੁਸ਼ੀ ਹੋਈ। ਥੈਂਕ ਯੂ। ਜਿਉਂਦੇ ਵਸਦੇ ਰਹੋ, ਖੁਸ਼ ਰਹੋ ਸਰ। ਥੈਂਕ ਯੂ। ਡਾਕਟਰ ਸਰਮਦ ਸਾਹਿਬ ਸਾਡਾ ਮੌਜੂਦ ਸਨ ਔਰ ਬੜਾ ਜ਼ਬਰਦਸਤ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ। ਬਹੁਤ ਮੈਨੂੰ ਲੱਗਦਾ ਕਿ ਅੱਜ ਦਾ ਪੋਡਕਾਸਟ ਤੁਹਾਨੂੰ ਪਸੰਦ ਆਏਗਾ। ਆਪਣਾ ਫੀਡਬੈਕ ਜ਼ਰੂਰ ਦਿਓ, ਤੁਹਾਡਾ ਫੀਡਬੈਕ ਮੈਂ ਖੁਦ ਪੜ੍ਹਨੀ ਹੈ। ਔਰ ਪਿਆਰ ਦਿੰਦੇ ਰਹੋ ਗੱਲਬਾਤ ਨੂੰ, ਸੁਣੋ ਪੰਜਾਬ ਨੂੰ, ਸ਼ਹਿਰਬਾਨੋ ਨੂੰ। ਅੱਲਾ ਹਾਫਿਜ਼।